हाँ जी प्यारे विद्यार्थियों, ਸਾਡੇ ਇਸ ਆਨਲਾਈਨ ਟੀਚਿੰਗ ਲਰਨਿੰਗ ਪਲੇਟਫਾਰਮ ਦੇ ਉੱਪਰ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਮਰ ਵਕੇਸ਼ਨ ਹੈ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ, ਤਾਂ ਛੁੱਟੀਆਂ ਦੇ ਵਿੱਚ ਅਸੀਂ ਇੰਜੋਏ ਵੀ ਕਰਨਾ ਪਲੱਸ ਜਿੰਨਾ ਕੁ ਸਿਲੇਬਸ ਅਸੀਂ ਨੇ ਹੁਣ ਤੱਕ ਕੀਤਾ ਹੈ ਉਸ ਸਿਲੇਬਸ ਦੀ ਆਪਾਂ ਨੇ ਰਿਵੀਜ਼ਨ ਵੀ ਕਰਨੀ ਹੈ। ਤਾਂ ਜਿੰਨਾ ਟਾਈਮ ਤੁਸੀਂ ਘਰੇ ਹੋਵੋਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਸਿਲੇਬਸ ਹੁਣ ਤੱਕ ਹੋ ਚੁੱਕਿਆ ਅਸੀਂ ਘਰੇ ਬੈਠੇ ਬੈਠੇ ਆਨਲਾਈਨ ਕਲਾਸਾਂ ਦੇ ਥਰੂ ਉਹ ਸਾਰਾ ਕੰਮ ਹੈ ਜਿਹੜਾ ਉਹ ਰਿਵਾਈਜ਼ ਕਰ ਲਈਏ। ਤਾਂ ਆਪਾਂ ਸਟਾਰਟ ਕਰਾਂਗੇ ਅੱਜ ਸਾਡਾ ਪਹਿਲਾ ਚੈਪਟਰ। ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਪਹਿਲਾ ਚੈਪਟਰ ਆਪਣਾ ਹੈਗਾ ਸਰੀਰਕ ਯੋਗਤਾ, ਅੰਗਰੇਜ਼ੀ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਹਾਂ ਫਿਜ਼ੀਕਲ ਫਿਟਨੈਸ। ਤਾਂ ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਟੋਟਲ 6 ਚੈਪਟਰ ਨੇ। ਇਹਨਾਂ 6 ਚੈਪਟਰਾਂ ਦੇ ਵਿੱਚੋਂ ਅੱਜ ਅਸੀਂ ਪਹਿਲਾ ਚੈਪਟਰ ਜਿਹੜਾ ਉਹ ਸਟਾਰਟ ਕਰਾਂਗੇ। ਇਹਦੇ ਵਿੱਚੋਂ ਕਿਹੜੇ ਕਿਹੜੇ ਕੁਐਸਚਨ ਪੁੱਛੇ ਜਾ ਸਕਦੇ ਨੇ ਉਹਨਾਂ ਦੇ ਬਾਰੇ ਵਿੱਚ ਗੱਲ ਕਰਾਂਗੇ, ਤੇ ਐਟ ਲਾਸਟ ਹੈ ਜਿਹੜਾ ਉਹਦੇ 'ਚ ਆਪਾਂ ਡਿਸਕਸ਼ਨ ਕਰਾਂਗੇ, ਸਮਰੀ ਕਰਾਂਗੇ ਕਿ ਆਪਾਂ ਨੇ ਪੂਰੇ ਚੈਪਟਰ ਦੇ ਵਿੱਚ ਪੜ੍ਹਿਆ ਕੀ, ਤੇ ਸੌਖੇ ਸ਼ਬਦਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਇਹਨੂੰ ਸਮਝਣ ਦੀ। ਤਾਂ ਪਹਿਲਾ ਚੈਪਟਰ ਹੈ ਜਿਹੜਾ ਸਾਡਾ 12th ਕਲਾਸ ਦਾ 12ਵੀਂ ਕਲਾਸ ਦਾ ਪਹਿਲਾ ਪਾਰਟ ਹੋਏਗਾ ਸਰੀਰਕ ਯੋਗਤਾ। ਸਰੀਰਕ ਯੋਗਤਾ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਹਾਂ ਫਿਜ਼ੀਕਲ ਫਿਟਨੈਸ। ਤਾਂ ਇਹਨੂੰ ਇੰਗਲਿਸ਼ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਇਹਦੇ ਲਈ ਉਹ ਕੀਤਾ ਜਾਂਦਾ ਹੈ ਫਿਜ਼ੀਕਲ ਫਿਟਨੈਸ। ਬੇਸਿਕਲੀ ਜਿਹੜਾ ਫਿਟਨੈਸ ਵਰਡ ਹੈ ਜਾਂ ਯੋਗਤਾ ਵਰਡ ਹੈ ਇਹਦਾ ਜਿਹੜੇ ਡਾਇਮੈਂਸ਼ਨ ਹੈ ਬੇਸਿਕਲੀ ਹੈਗੀ ਬਹੁਤ ਵੱਡੀ ਹੈ। ਫਿਟਨੈਸ ਨੂੰ ਅਸੀਂ ਕਿਸੇ ਇੱਕ ਪੈਮਾਨੇ ਦੇ ਨਾਲ ਨਹੀਂ ਮਾਪ ਸਕਦੇ ਨਾ। ਕਿਸੇ ਵਿਅਕਤੀ ਦੀ ਫਿਟਨੈਸ ਕਿਸੇ ਤਰੀਕੇ ਦੀ ਹੋ ਸਕਦੀ ਹੈ, ਕਿਸੇ ਬੰਦੇ ਦੀ ਫਿਟਨੈਸ ਹੈ ਜਿਹੜੀ ਕਿਸੇ ਹੋਰ ਤਰੀਕੇ ਦੀ ਹੋ ਸਕਦੀ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੰਨ ਲਓ ਕਿ ਇੱਕ ਵਿਅਕਤੀ ਹੈ ਜਿਹੜਾ ਉਹ ਮਜ਼ਦੂਰੀ ਕਰਦਾ ਹੈ, ਉਹਦੇ ਲਈ ਸਰੀਰਕ ਯੋਗਤਾ ਦਾ ਹੋਰ ਮਤਲਬ ਹੈ। ਇੱਕ ਪਲੇਅਰ ਹੈ ਜਿਹੜਾ ਆਰਚਰੀ ਖੇਡਦਾ ਹੈ, ਉਹਦੇ ਲਈ ਸਰੀਰਕ ਯੋਗਤਾ ਦਾ ਹੋਰ ਮਤਲਬ ਹੈ। ਇੱਕ ਵਿਅਕਤੀ ਹੈ ਜਿਹੜਾ ਚੈਸ ਖੇਡਦਾ ਹੈ, ਉਹਦੇ ਲਈ ਸਰੀਰਕ ਯੋਗਤਾ ਦਾ ਹੋਰ ਮਤਲਬ ਹੈ। ਇੱਕ ਵਿਅਕਤੀ ਹੈ ਜਿਹੜਾ ਵੇਟ ਲਿਫਟਿੰਗ ਕਰਦਾ ਹੈ, ਜਿਹੜਾ ਭਾਰ ਚੁੱਕਦਾ ਹੈ, ਉਹਦੇ ਲਈ ਸਰੀਰਕ ਯੋਗਤਾ ਦਾ ਹੋਰ ਮਤਲਬ ਹੈ। ਜਾਨੀ ਕਿ ਜਿਹੜੀ ਸਰੀਰਕ ਯੋਗਤਾ ਹੈਗੀ ਹੈ, ਜਿਹੜੀ ਫਿਟਨੈਸ ਹੈਗੀ ਹੈ ਨਾ, ਉਹ ਵੈਰੀ ਕਰਦੀ ਹੈ ਕਿ ਤੁਸੀਂ ਕਿਹੜੇ ਕੰਮ ਦੇ ਵਿੱਚ ਲੱਗੇ ਹੋਏ ਹੋ, ਤੁਸੀਂ ਕੰਮ ਕਿਹੜਾ ਕਰ ਰਹੇ ਹੋ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਸਰੀਰਕ ਯੋਗਤਾ ਹੈਗੀ ਕੀ ਹੈ। ਤਾਂ ਬੇਸਿਕਲੀ ਸਰੀਰਕ ਯੋਗਤਾ ਕੀ ਹੈ? ਤੁਹਾਡੇ ਸਰੀਰ ਦੀ ਉਹ ਸਮਰੱਥਾ ਕਿ ਤੁਸੀਂ ਕਿਸੇ ਕੰਮ ਨੂੰ ਕਰਨ ਦੇ ਕਿੰਨੇ ਕੈਪੇਬਲ ਹੈਗੇ ਹੋ। ਸੌਖੇ ਸ਼ਬਦਾਂ ਦੇ ਵਿੱਚ ਤੁਸੀਂ ਸਰੀਰਕ ਯੋਗਤਾ ਬਾਰੇ ਜੇ ਲਿਖਣਾ ਹੋਵੇ, ਕਿਤਾਬੀ ਭਾਸ਼ਾ ਦੇ ਵਿੱਚ ਲਿਖਣਾ ਹੋਵੇ, ਤਾਂ ਤੁਸੀਂ ਕੀ ਲਿਖੋਗੇ ਕਿ ਸਰੀਰਕ ਯੋਗਤਾ ਜਿਹੜੀ ਉਹ ਕਿਸੇ ਵਿਅਕਤੀ ਦੀ ਉਹ ਸਮਰੱਥਾ ਹੈਗੀ ਹੈ ਜਿਸ ਦੇ ਰਾਹੀਂ ਉਹ ਆਪਣੇ ਰੋਜ਼ਾਨਾ ਦੇ ਕੰਮਕਾਰ ਨੇ ਜਿਹੜੇ ਉਹਨਾਂ ਨੂੰ ਬਿਨਾਂ ਥੱਕੇ ਤੋਂ ਨਿਪਟਾ ਲੈਂਦਾ, ਤੇ ਰੋਜ਼ਾਨਾ ਦੇ ਕੰਮ ਕਰਨ ਤੋਂ ਬਾਅਦ ਵੀ ਇੰਨੀ ਕੁ એનર્ਜੀ ਬਚਾ ਕੇ ਰੱਖਦਾ ਹੈ ਕਿ ਜੇਕਰ ਉਹਨੂੰ ਐਮਰਜੈਂਸੀ ਕੋਈ ਕੰਮ ਕਰਨਾ ਪੈ ਜਾਵੇ ਤਾਂ ਉਸ ਐਮਰਜੈਂਸੀ ਕੰਮ ਨੂੰ ਉਹ ਆਸਾਨੀ ਦੇ ਨਾਲ ਕਰ ਸਕੇ। ਮੀਨਸ ਕੀ ਹੈ ਕਿ ਤੁਸੀਂ ਡੇਲੀ ਦੇ ਕੰਮਕਾਰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਕੰਮਕਾਰ ਕਰਦੇ ਹੋ, ਜੇਕਰ ਕੋਈ ਇੱਕ ਕੱਪੜੇ ਸਿਉਂਦਾ ਦਰਜੀ ਹੈ ਉਹਨੇ ਕੱਪੜੇ ਸਿਉਣੇ ਨੇ, ਜੇਕਰ ਕੋਈ ਇੱਕ ਮਜ਼ਦੂਰ ਹੈ ਉਹਨੇ ਮਜ਼ਦੂਰੀ ਕਰਨੀ ਹੈ, ਇੱਕ ਡਾਕਟਰ ਹੈ ਉਹਨੇ ਡਾਕਟਰ ਵਾਲੇ ਕੰਮ ਕਰਨੇ ਨੇ, ਇੱਕ ਜੇਕਰ ਕੋਈ ਬੈਂਕ ਦੇ ਵਿੱਚ ਬੰਦਾ ਲੱਗਿਆ ਹੋਇਆ ਤਾਂ ਉਹਨੇ ਕੰਪਿਊਟਰ ਤੇ ਬੈਠ ਕੇ ਕੰਮ ਕਰਨਾ। ਤਾਂ ਤੁਸੀਂ ਜਿਹੜੇ ਵੀ ਕੰਮ ਦੇ ਵਿੱਚ ਲੱਗੇ ਹੋਏ ਹੋ ਉਹ ਕੰਮ ਕਰਨ ਤੋਂ ਬਾਅਦ ਵੀ ਤੁਸੀਂ ਇੰਨੀ ਕੁ એનર્ਜੀ, ਇੰਨੀ ਕੁ ਊਰਜਾ ਆਪਣੇ 'ਚ ਬਚਾ ਕੇ ਰੱਖ ਸਕਦੇ ਹੋ ਕਿ ਜੇਕਰ ਸਾਨੂੰ ਸਾਰੇ ਕੰਮ ਖਤਮ ਕਰਨ ਤੋਂ ਬਾਅਦ ਵੀ ਕੋਈ ਕੰਮ ਕਰਨਾ ਪੈ ਜਾਵੇ ਉਹ ਕੰਮ ਵੀ ਤੁਸੀਂ ਆਰਾਮ ਦੇ ਨਾਲ ਕਰ ਸਕਦੇ ਹੋ। ਤਾਂ ਅਸੀਂ ਕੀ ਬੋਲਾਂਗੇ ਕਿ ਤੁਸੀਂ ਸਰੀਰਕ ਤੌਰ ਤੇ ਯੋਗ ਹੈਗੇ ਹੋ। ਦੋ ਵਰਡ ਨੇ, ਇੱਕ ਹੈਗੀ ਹੈ ਯੋਗਤਾ, ਇੱਕ ਹੈਗੀ ਹੈ ਅਯੋਗਤਾ। ਅਯੋਗਤਾ ਦਾ ਚੈਪਟਰ ਵੀ ਆਊਗਾ ਸਾਨੂੰ, ਲਾਸਟ ਚੈਪਟਰ ਹੈਗਾ ਸਾਡੇ ਕੋਲ ਜਿਸ 'ਚ ਅਸੀਂ ਡਿਸਐਬਿਲਿਟੀਜ਼ ਬਾਰੇ ਪੜ੍ਹਾਂਗੇ, ਅਸਮਰੱਥਾਵਾਂ ਬਾਰੇ ਪੜ੍ਹਾਂਗੇ, ਜਾਂ ਅਸੀਂ ਯੋਗਤਾ ਬਾਰੇ ਪੜ੍ਹਾਂਗੇ, ਹੈ ਨਾ। ਤਾਂ ਯੋਗਤਾ ਦਾ ਮਤਲਬ ਕਿ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਨ ਦੇ ਯੋਗ ਹੈਗੇ ਆ। ਨਾਲ ਇੱਕ ਵਰਡ ਜੁੜ ਗਿਆ ਇੱਥੇ ਫਿਜ਼ੀਕਲ, ਹੈ ਨਾ, ਸਰੀਰਕ। ਸਾਡਾ ਸਰੀਰ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਨ ਦੇ ਕਾਬਿਲ ਹੈਗਾ। ਤਾਂ ਇੱਕ ਵਾਰ ਦੁਬਾਰਾ ਦੇਖ ਲਈਏ ਕਿ ਜਿਹੜੀ ਯੋਗਤਾ ਹੈਗੀ ਹੈ ਸਰੀਰਕ, ਇਹ ਵੈਰੀ ਕਰਦੀ ਹੈ, ਨਿਰਭਰ ਕਰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਕੰਮ ਦੇ ਵਿੱਚ ਲੱਗੇ ਹੋਏ ਹੋ। ਹੁਣ ਹਰ ਇੱਕ ਬੰਦੇ ਲਈ ਫਿਜ਼ੀਕਲ ਫਿਟਨੈਸ ਦਾ ਜਿਹੜਾ ਅਰਥ ਹੈ ਉਹ ਅਲੱਗ ਹੋ ਸਕਦਾ ਹੈ। ਡਾਕਟਰ ਦੇ ਲਈ ਅਲੱਗ ਹੋਊਗਾ, ਇੱਕ ਪਲੇਅਰ ਦੇ ਲਈ ਅਲੱਗ ਹੋਊਗਾ, ਇੱਕ ਸਾਇੰਟਿਸਟ ਦੇ ਲਈ ਅਲੱਗ ਹੋਊਗਾ। ਤਾਂ ਸਰੀਰਕ ਯੋਗਤਾ ਦਾ ਅਰਥ ਹਰ ਇੱਕ ਵਿਅਕਤੀ ਦੇ ਲਈ ਵੱਖੋ ਵੱਖਰਾ ਹੋਏਗਾ। ਇੱਕ ਬੱਚੇ ਲਈ ਅਲੱਗ ਹੋਏਗਾ, ਇੱਕ ਜਵਾਨ ਲਈ ਅਲੱਗ ਹੋਏਗਾ, ਇੱਕ ਬਜ਼ੁਰਗ ਦੇ ਲਈ ਅਲੱਗ ਹੋਏਗਾ। ਜਦੋਂ ਅਸੀਂ ਲਿਖਣਾ ਜਸਟ ਅਸੀਂ ਲਿਖਣਾ ਇੰਨਾ ਕਿ ਸਰੀਰਕ ਯੋਗਤਾ ਕਿਸੇ ਵੀ ਵਿਅਕਤੀ ਦੀ ਉਹ ਸਮਰੱਥਾ ਹੈ ਜਿਸ ਦੇ ਰਾਹੀਂ ਉਹ ਆਪਣੇ ਰੋਜ਼ਾਨਾ ਦੇ ਕੰਮਕਾਰ ਨੂੰ
ਆਸਾਨੀ ਦੇ ਨਾਲ ਨਿਪਟਾ ਸਕਦਾ ਹੈ। ਉਹ ਸਾਰੇ ਕੰਮਕਾਰ ਕਰਨ ਤੋਂ ਬਾਅਦ ਵੀ ਉਹ ਆਪਣੇ 'ਚ ਇੰਨੀ ਕੁ ਊਰਜਾ ਬਚਾ ਕੇ ਰੱਖ ਸਕਦਾ ਹੈ ਕਿ ਜੇਕਰ ਕੋਈ ਐਮਰਜੈਂਸੀ ਕੰਮ ਪੈ ਜਾਵੇ ਤਾਂ ਉਸ ਨੂੰ ਆਰਾਮ ਦੇ ਨਾਲ ਉਹ ਕਰ ਸਕੇ। ਇਸ ਨੂੰ ਅਸੀਂ ਕੀ ਕਹਿੰਦੇ ਹਾਂ? ਸਰੀਰਕ ਯੋਗਤਾ। ਇਹ ਸਰੀਰਕ ਯੋਗਤਾ ਦਾ ਅਸੀਂ ਬੇਸਿਕਲੀ ਮੀਨਿੰਗ ਕਹਿ ਸਕਦੇ ਹਾਂ, ਮੀਨਿੰਗ ਹੈਗਾ। ਤਾਂ ਦੋ ਚੀਜ਼ਾਂ ਹੁੰਦੀਆਂ ਨੇ, ਜਦੋਂ ਵੀ ਪੇਪਰ ਦੇ ਵਿੱਚ ਕੋਈ ਸਵਾਲ ਆਉਂਦਾ ਤੁਹਾਡੇ ਤੋਂ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਕਿ ਕਿਸੇ ਚੀਜ਼ ਦਾ ਮੀਨਿੰਗ ਕੀ ਹੈ। ਮੀਨਿੰਗ ਨੂੰ ਅਸੀਂ ਪੰਜਾਬੀ 'ਚ ਕੀ ਕਹਿ ਦਿੰਦੇ ਹਾਂ ਜੀ? ਅਰਥ ਕੀ ਹੈ। ਦੂਸਰੀ ਚੀਜ਼ ਜਿਹੜੀ ਤੁਹਾਡੇ ਤੋਂ ਪੁੱਛੀ ਜਾ ਸਕਦੀ ਹੈ ਉਹ ਹੈਗੀ ਹੈ ਡੈਫੀਨੇਸ਼ਨ। ਡੈਫੀਨੇਸ਼ਨ ਦਾ ਮਤਲਬ ਹੁੰਦਾ ਹੈ ਪਰਿਭਾਸ਼ਾ। ਤਾਂ ਇਹਨਾਂ ਦੋਨਾਂ ਦੇ ਵਿੱਚ ਵੀ ਕਈ ਵਾਰ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਮੀਨਿੰਗ ਤੇ ਡੈਫੀਨੇਸ਼ਨ ਦੇ ਵਿੱਚ ਡਿਫਰੈਂਸ ਕੀ ਹੈ। ਕਈ ਵਾਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਮੀਨਿੰਗ ਕੀ ਚੀਜ਼ ਹੈ ਤੇ ਡੈਫੀਨੇਸ਼ਨ ਕੀ ਚੀਜ਼ ਹੈ। ਕਈ ਵਾਰ ਜੇ ਸਾਨੂੰ ਮੀਨਿੰਗ ਪੁੱਛਿਆ ਹੁੰਦਾ ਅਸੀਂ ਉਹਦੇ 'ਚ ਡੈਫੀਨੇਸ਼ਨ ਲਿਖ ਦਿੰਦੇ ਹਾਂ, ਜੇ ਡੈਫੀਨੇਸ਼ਨ ਪੁੱਛੀ ਹੁੰਦੀ ਹੈ ਉਹਦੇ 'ਚ ਅਸੀਂ ਮੀਨਿੰਗ ਲਿਖ ਦਿੰਦੇ ਹਾਂ। ਤਾਂ ਮੀਨਿੰਗ ਤਾਂ ਬੇਸਿਕਲੀ ਤੁਸੀਂ ਜਿਵੇਂ ਮੈਂ ਪੁੱਛਿਆ ਕਿ ਸਰੀਰਕ ਯੋਗਤਾ ਕੀ ਹੈ, ਤਾਂ ਜਸਟ ਤੁਸੀਂ ਦੱਸਣਾ ਹੈ ਸਰੀਰਕ ਯੋਗਤਾ ਬਾਰੇ ਕਿ ਸਰੀਰਕ ਯੋਗਤਾ ਸਿੰਪਲ ਸ਼ਬਦਾਂ ਦੇ ਵਿੱਚ ਤੁਹਾਡੇ ਅਕੋਰਡਿੰਗ ਕੀ ਹੈਗੀ ਹੈ, ਤੇ ਜਾਂ ਫਿਰ ਤੁਸੀਂ ਉਹਦਾ ਵਰਡ ਮੀਨਿੰਗ ਦੱਸ ਸਕਦੇ ਹੋ ਕਿ ਜਿਵੇਂ ਫਿਜ਼ੀਕਲ ਵਰਡ ਹੈ ਜਿਹੜਾ ਜਾਂ ਸਰੀਰਕ ਵਰਡ ਹੈ ਉਹ ਕਿੱਥੋਂ ਲਿੱਤਾ ਗਿਆ, ਕਿਹੜੀ ਭਾਸ਼ਾ ਦਾ ਸ਼ਬਦ ਹੈਗਾ। ਤੇ ਜੇਕਰ ਅਸੀਂ ਯੋਗਤਾ ਦੀ ਗੱਲ ਕਰਦੇ ਹਾਂ ਤਾਂ ਯੋਗਤਾ ਜਾਂ ਫਿਟਨੈਸ ਕਿਹੜੀ ਭਾਸ਼ਾ ਤੋਂ ਸ਼ਬਦ ਲਿਆ ਗਿਆ ਤੇ ਇਹਦਾ ਅਰਥ ਕੀ ਹੈ ਨਾ। ਤਾਂ ਮੀਨਿੰਗ ਦੇ ਵਿੱਚ ਤੁਸੀਂ ਰੂਟ ਵਰਡਸ ਪੜ੍ਹਨੇ ਨੇ, ਉਹਨਾਂ ਦੇ ਅਰਥ ਕਰਨੇ ਨੇ, ਜਾਂ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਸਿੰਪਲ ਦੱਸ ਸਕਦੇ ਹੋ ਕਿ ਜਿਵੇਂ ਆਪਾਂ ਨੇ ਹੁਣੇ ਗੱਲ ਕੀਤੀ ਹੈ ਕਿ ਸਰੀਰਕ ਯੋਗਤਾ ਕੀ ਹੁੰਦੀ ਹੈ ਜੀ। ਸਰੀਰਕ ਯੋਗਤਾ ਕਿਸੇ ਬੰਦੇ ਦੀ ਉਹ ਸਮਰੱਥਾ ਜਿਸ ਦੇ ਰਾਹੀਂ ਰੋਜ਼ਾਨਾ ਦੇ ਕੰਮਕਾਰ ਕਰਨ ਤੋਂ ਬਾਅਦ ਇੰਨੀ ਕੁ ਊਰਜਾ ਬਚਾ ਕੇ ਰੱਖਦਾ ਕਿ ਜੇਕਰ ਕੋਈ ਐਮਰਜੈਂਸੀ ਲੋੜ ਪੈ ਜਾਵੇ ਤਾਂ ਉਹ ਹੋਰ ਕੰਮ ਵੀ ਕਰ ਸਕੇ, ਹੈ ਨਾ, ਆਰਾਮ ਦੇ ਨਾਲ। ਤਾਂ ਇਹਦਾ ਅਰਥ ਹੋ ਗਿਆ। ਪਰ ਡੈਫੀਨੇਸ਼ਨ ਹੈ ਜਿਹੜੀ ਉਹ ਬਿਲਕੁਲ ਡਿਫਰੈਂਟ ਹੁੰਦੀ ਹੈ। ਡੈਫੀਨੇਸ਼ਨ ਦਾ ਮਤਲਬ ਕੀ ਹੁੰਦਾ ਹੈ? ਡੈਫੀਨੇਸ਼ਨ ਦਾ ਮਤਲਬ ਹੈ ਕਿ ਕਿਸੇ ਐਕਸਪੀਰੀਅੰਸ ਬੰਦੇ ਨੇ ਜਾਂ ਕੋਈ ਤਕੜਾ ਐਜੂਕੇਨਿਸਟ ਹੈਗਾ ਸੀਗਾ, ਕੋਈ ਵਿਦਵਾਨ ਹੈਗਾ ਸੀ, ਸਿੱਖਿਆ ਸ਼ਾਸਤਰੀ ਹੈਗਾ ਸੀਗਾ, ਤਾਂ ਉਹਨੇ ਇਸ ਦੇ ਬਾਰੇ ਵਿੱਚ ਕੀ ਕਿਹਾ। ਤੁਸੀਂ ਜਦੋਂ ਵੀ ਕਦੇ ਪਰਿਭਾਸ਼ਾ ਲਿਖੋਗੇ ਤਾਂ ਹਮੇਸ਼ਾ ਪਰਿਭਾਸ਼ਾ ਜਿਹੜੀ ਉਹ ਇਨਵਾਈਟਡ ਕੌਮਿਆਂ ਦੇ ਵਿੱਚ ਲਿਖੀ ਜਾਂਦੀ ਹੈ। ਤੇ ਜਦੋਂ ਅਸੀਂ ਕਿਸੇ ਵੀ ਇਨਵਾਈਟਡ ਕੌਮਿਆਂ ਦੇ ਵਿੱਚ ਕੋਈ ਚੀਜ਼ ਲਿਖਦੇ ਹਾਂ ਤਾਂ ਇਨਵਾਈਟਡ ਕੌਮਿਆਂ ਦੇ ਵਿੱਚ ਲਿਖਣ ਦਾ ਮਤਲਬ ਹੁੰਦਾ ਹੈ ਕਿ ਇਹ ਗੱਲ ਕਿਸੇ ਦੁਆਰਾ ਕਹੀ ਗਈ ਹੈ। ਤਾਂ ਪਰਿਭਾਸ਼ਾ ਤੁਸੀਂ ਆਪਣੇ ਕੋਲੋਂ ਨਹੀਂ ਲਿਖ ਸਕਦੇ। ਪਰਿਭਾਸ਼ਾ ਹਮੇਸ਼ਾ ਕਿਸ ਦੀ ਹੋਊਗੀ? ਕਿਸੇ ਦੁਆਰਾ ਕਹੇ ਗਏ ਸ਼ਬਦ, ਕਿ ਕਿਸੇ ਬੰਦੇ ਦੀ ਰਾਏ ਇਹਦੇ ਬਾਰੇ ਕੀ ਹੈ ਕਿ ਫਿਜ਼ੀਕਲ ਫਿਟਨੈਸ ਕਿਹੜੀ ਚੀਜ਼ ਹੈਗੀ ਹੈ। ਜਿਵੇਂ ਅਸੀਂ ਇੱਥੇ ਐਗਜ਼ਾਮਪਲ ਲੈਂਦੇ ਹਾਂ ਸਰੀਰਕ ਯੋਗਤਾ ਦੀ, ਤਾਂ ਇੱਕ ਜਿਵੇਂ ਵੈਬਸਟਰ ਵਿਸ਼ਵਕੋਸ਼ ਹੈਗਾ, ਵੈਬਸਟਰ ਵਿਸ਼ਵਕੋਸ਼ ਹੈ ਨਾ, ਇੱਕ ਕੋਸ਼ ਹੈਗਾ ਵੈਬਸਟਰ ਵਿਸ਼ਵਕੋਸ਼। ਇਹ ਕੀ ਕਹਿੰਦੇ ਨੇ? ਇਹ ਕਹਿੰਦੇ ਨੇ ਕਿ ਸਰੀਰਕ ਯੋਗਤਾ ਜਿਹੜੀ ਸਰੀਰਕ ਯੋਗਤਾ ਇੱਕ ਵਿਅਕਤੀ ਵਿੱਚ ਬਿਨਾਂ ਥੱਕੇ ਕੰਮ ਨਿਪਟਾਉਣ। ਸਰੀਰਕ ਯੋਗਤਾ ਜਿਹੜੀ ਇਹ ਕੀ ਕਹਿੰਦੇ ਨੇ ਕਿ ਸਰੀਰਕ ਯੋਗਤਾ ਇਨਵਾਈਟਡ ਕੌਮਿਆਂ ਤੋਂ ਸ਼ੁਰੂ ਕਰਦੀ ਅਸੀਂ ਨੇ ਕਿ ਸਰੀਰਕ ਯੋਗਤਾ ਇੱਕ ਵਿਅਕਤੀ ਵਿੱਚ। ਤਾਂ ਇਹ ਜਦੋਂ ਵੀ ਤੁਸੀਂ ਨੇ ਸਟਾਰਟ ਕਰਨੀ ਹੈ ਹਮੇਸ਼ਾ ਸਟਾਰਟ ਕਰਨੀ ਹੈ ਜੀ ਇਨਵਾਈਟਡ ਕੌਮਿਆਂ ਤੋਂ। ਇਹ ਖਾਸ ਧਿਆਨ ਰੱਖਣਾ, ਡੈਫੀਨੇਸ਼ਨ ਦੀ ਨਿਸ਼ਾਨੀ ਇਹੀ ਹੈ ਕਿ ਹਮੇਸ਼ਾ ਇਨਵਾਈਟਡ ਕੌਮਿਆਂ ਤੋਂ ਸਟਾਰਟ ਹੋਏਗੀ। ਤਾਂ ਸਰੀਰਕ ਯੋਗਤਾ ਇੱਕ ਵਿਅਕਤੀ ਵਿੱਚ ਬਿਨਾਂ ਥੱਕੇ ਕੰਮ ਨਿਪਟਾਉਣ ਅਤੇ ਖੇਡ ਕਿਰਿਆਵਾਂ। ਹੁਣ ਗੱਲ ਘੁਮਾ ਕੇ ਵਾਪਸ ਉੱਥੇ ਆਊਗੀ, ਹੈ ਨਾ। ਗੱਲ ਘੁਮਾ ਕੇ ਇਹੀ ਆਉਣੀ ਹੈ ਕਿ ਤੁਸੀਂ ਕੰਮ ਕਰ ਲਿਆ, ਕੰਮ ਕਰਨ ਤੋਂ ਬਾਅਦ ਐਨਰਜੀ ਹੈ ਜਿਹੜੀ ਉਹ ਬਚਾ ਕੇ ਰੱਖਣੀ ਹੈ। ਖੇਡ ਕਿਰਿਆਵਾਂ ਵਿੱਚ ਭਾਗ ਲੈਣ ਤੋਂ ਬਾਅਦ ਵੀ ਹੰਗਾਮੀ ਸਥਿਤੀ ਦਾ ਮਤਲਬ ਹੁੰਦਾ ਕਿ ਜੇਕਰ ਕੋਈ ਵੀ ਤੁਹਾਡੇ ਕੋਲੇ ਜਿਹੜੀ ਐਮਰਜੈਂਸੀ ਸਿਚੁਏਸ਼ਨ ਹੈ, ਐਮਰਜੈਂਸੀ ਸਿਚੁਏਸ਼ਨ ਆ ਜਾਵੇ, ਹੈ ਨਾ, ਹੰਗਾਮੀ ਸਥਿਤੀ ਨਾਲ ਨਿਪਟਣ ਲਈ ਊਰਜਾ ਬਚਾ ਕੇ ਰੱਖਣ ਦੀ ਸਮਰੱਥਾ ਰੱਖਦੇ ਹੋ, ਹੈ ਨਾ।
ਊਰਜਾ ਬਚਾ ਕੇ ਰੱਖਣ ਦੀ ਸਮਰੱਥਾ। तो जिथे खत्म करोगे उत्थे दोबारा फिर की करोगे तुसीं दोबारा फिर उत्थे इनवाइटेड कौमे लगाओगे। हुण वैबस्टर बिशप कोश की कहंदा तां इह की कहंदा कि शरीरिक योग्यता एक व्यक्ति च ਅਸੀਂ ਨੇ ਪਹਿਲੀ ਗੱਲ ਕੀਤੀ ਹੈ ਕਿ ਤੁਸੀਂ ਥੱਕਣਾ ਤਾਂ ਹੈ ਨਹੀਂ। ਜੇ ਅਸੀਂ ਥੱਕ ਗਏ ਇਟ ਮੀਨ ਜੇ ਅਸੀਂ ਸਰੀਰਕ ਤੌਰ ਤੇ ਯੋਗ ਨਹੀਂ ਹੈਗੇ ਤਾਂ ਸਰੀਰਕ ਯੋਗਤਾ ਇੱਕ ਵਿਅਕਤੀ 'ਚ ਬਿਨਾਂ ਥੱਕੇ ਕੰਮ ਨਿਪਟਾਉਣ। ਹੁਣ ਕਿਉਂਕਿ ਅਸੀਂ ਸਰੀਰਕ ਸਿੱਖਿਆ ਦੀ ਗੱਲ ਕਰ ਰਹੇ ਹਾਂ, ਖੇਡਾਂ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਸ਼ਬਦ ਨਾਲ ਜੁੜ ਗਿਆ ਖੇਡ ਕਿਰਿਆਵਾਂ ਵਿੱਚ ਭਾਗ ਲੈਣ ਤੋਂ ਬਾਅਦ ਹੰਗਾਮੀ ਸਥਿਤੀ ਦਾ ਮਤਲਬ ਕੋਈ ਵੀ ਐਮਰਜੈਂਸੀ ਸਥਿਤੀ ਆ ਗਈ ਉਹਨਾਂ ਨਾਲ ਨਿਪਟਣ ਲਈ ਊਰਜਾ ਬਚਾ ਕੇ ਰੱਖਣ ਦੀ ਸਮਰੱਥਾ ਹੈ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਹੈਗਾ ਜਿਹੜੀਆਂ ਡੈਫੀਨੇਸ਼ਨਸ ਨੇ ਤੁਹਾਨੂੰ ਬਹੁਤ ਸਾਰੀਆਂ ਮਿਲ ਜਾਣਗੀਆਂ ਤਾਂ ਤੁਹਾਨੂੰ ਤੁਸੀਂ ਕੋਈ ਵੀ ਇੱਕ ਡੈਫੀਨੇਸ਼ਨ ਚੂਜ਼ ਕਰਕੇ ਇੱਕ ਜਾਂ ਦੋ ਡੈਫੀਨੇਸ਼ਨਾਂ ਸਾਰੀਆਂ ਚੀਜ਼ਾਂ ਦੀਆਂ ਯਾਦ ਰੱਖਣੀਆਂ ਚਾਹੀਦੀਆਂ ਨੇ। ਤੁਸੀਂ ਇੱਕ ਜਾਂ ਦੋ ਲਿਖ ਸਕੋ ਕਿਉਂਕਿ ਤੁਹਾਨੂੰ ਨਾਲ ਕੀ ਹੈ ਨੇਮ ਲਿਖਣਾ ਪਏਗਾ। ਵਿਦ ਨੇਮ ਹੈ ਜਿਹੜੀ ਤੁਹਾਨੂੰ ਡੈਫੀਨੇਸ਼ਨ ਯਾਦ ਰੱਖਣੀ ਪਏਗੀ ਕਿ ਇਹ ਡੈਫੀਨੇਸ਼ਨ ਕਿਸ ਨੇ ਦਿੱਤੀ ਸੀ। ਤਾਂ ਦੂਸਰੀ ਡੈਫੀਨੇਸ਼ਨ ਤੁਸੀਂ ਕਰੋਲਸ ਦੀ ਦੇ ਸਕਦੇ ਹੋ ਕਿ ਕਹਿੰਦਾ ਕਿ ਕਿਸੇ ਵਿਅਕਤੀ ਦੇ ਜੀਵਨ ਸ਼ੈਲੀ ਦੇ ਦਬਾਅ ਅਨੁਸਾਰ ਸਫਲਤਾਪੂਰਵਕ ਢਲ ਜਾਣ ਦੀ ਕਿਰਿਆ ਨਾ ਕਿ ਇੱਕ ਇਨਸਾਨ ਹੈ ਕੋਈ ਵੀ ਤਾਂ ਉਹਦੇ ਤੇ ਜਿਹੜੀਆਂ ਸਿਚੁਏਸ਼ਨਾਂ ਨੇ ਐਮਰਜੈਂਸੀ ਸਿਚੁਏਸ਼ਨਾਂ ਆਉਂਦੀਆਂ ਰਹਿੰਦੀਆਂ ਨੇ ਲਗਾਤਾਰ। ਤਾਂ ਜਦੋਂ ਤੇ ਐਮਰਜੈਂਸੀ ਸਿਚੁਏਸ਼ਨਾਂ ਆਉਂਦੀਆਂ ਨੇ ਤਾਂ ਆਪਣੇ ਆਪ ਨੂੰ ਉਹਦੇ ਅਨੁਸਾਰ ਢਾਲ ਲੈਣ ਦੀ ਸਮਰੱਥਾ। ਤੁਹਾਡੇ ਤੇ ਕੋਈ ਵੀ ਐਮਰਜੈਂਸੀ ਹੈ ਜਿਹੜੀ ਉਹ ਪੈ ਜਾਂਦੀ ਹੈ, ਕੋਈ ਵੀ ਮਾੜਾ ਹਾਲਾਤ ਪੈ ਜਾਂਦਾ ਜਾਂ ਕੋਈ ਵੀ ਤੁਹਾਨੂੰ ਵੱਡਾ ਕੰਮ ਹੈ ਜਿਹੜਾ ਉਹ ਕਰਨਾ ਪੈ ਜਾਂਦਾ ਤਾਂ ਆਪਣੇ ਆਪ ਨੂੰ ਉਸ ਸਥਿਤੀ ਦੇ ਵਿੱਚ ਢਾਲਣ ਦੀ ਸਮਰੱਥਾ ਕੀ ਹੈ ਫਿਜ਼ੀਕਲ ਫਿਟਨੈਸ। ਤੇ ਇਹ ਕਿਹਨੇ ਕਿਹਾ ਕਰੋਲਸ ਨੇ। ਤਾਂ ਹੁਣ ਇਹ ਕੀ ਹੈ ਵੀ ਇਹਨੂੰ ਲਿਖਣ ਦਾ ਵੀ ਹੈ ਨਾ ਤਰੀਕਾ ਹੁੰਦਾ ਕਿ ਤੁਸੀਂ ਇਹਨੂੰ ਲਿਖਣਾ ਕਿਵੇਂ ਹੈ। ਤਾਂ ਤੁਸੀਂ ਦੋ ਤਰੀਕਿਆਂ ਨਾਲ ਲਿਖ ਸਕਦੇ ਹੋ। ਡੈਫੀਨੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਲਿਖ ਸਕਦੇ ਹੋ ਤੁਸੀਂ ਵੈਬਸਟਰ ਵਿਸ਼ਵਕੋਸ਼ ਦੇ ਅਨੁਸਾਰ ਹੈ ਨਾ। ਐਂ ਲਿਖ ਕੇ ਤੁਸੀਂ ਅੱਗੇ ਕੀ ਕਰੋਗੇ ਇਨਵਾਈਟਡ ਕੌਮੇ ਸ਼ੁਰੂ ਕਰ ਦੋਗੇ, ਪੂਰੀ ਲਾਈਨ ਲਿਖੋਗੇ ਤੇ ਇਨਵਾਈਟਡ ਕੌਮੇ ਨੇ ਜਿਹੜੇ ਉਹ ਬੰਦ ਕਰ ਦੋਗੇ। ਦੂਸਰੀ ਚੀਜ਼ ਇਹਨੂੰ ਲਿਖਣ ਦਾ ਤਰੀਕਾ ਕੀ ਹੈ ਜੇਕਰ ਤੁਸੀਂ ਵਧੀਆ ਨੰਬਰ ਲੈਣੇ ਨੇ ਤਾਂ ਤੁਸੀਂ ਡੈਫੀਨੇਸ਼ਨ ਖਤਮ ਕਰੋ, ਇੱਥੇ ਨੀਚੇ ਲਿਖੋ ਇਹਦੇ ਵੈਬਸਟਰ ਵਿਸ਼ਵਕੋਸ਼। ਐਸੇ ਤਰੀਕੇ ਨਾਲ ਜਦੋਂ ਕਰੋਲਸ ਦੀ ਲਿਖੋਗੇ ਕਰੋਲਸ ਦੀ ਡੈਫੀਨੇਸ਼ਨ ਲਿਖਣ ਤੋਂ ਬਾਅਦ ਤਾਂ ਨੀਚੇ ਉਹਦਾ ਤੁਸੀਂ ਕਰੋਲਸ ਦਾ ਨਾਮ ਲਿਖ ਦੋਗੇ। ਤਾਂ ਇਹ ਬੈਸਟ ਤਰੀਕਾ ਹੈਗਾ ਲਿਖਣ ਦਾ। ਤੁਸੀਂ ਇੱਥੇ ਨੀਚੇ ਜਿਹੜਾ ਨੂੰ ਬ੍ਰੈਕਟ ਦੇ ਵਿੱਚ ਵੀ ਲਿਖ ਸਕਦੇ ਹੋ। ਦੂਸਰੀ ਚੀਜ਼ ਜੇਕਰ ਤੁਸੀਂ ਕਈ ਵਾਰ ਡੈਫੀਨੇਸ਼ਨ ਲਿਖ ਰਹੇ ਹੋ, ਡੈਫੀਨੇਸ਼ਨ ਲਿਖਦੇ ਕਈ ਵਾਰ ਇਹ ਹੁੰਦਾ ਕਿ ਡੈਫੀਨੇਸ਼ਨਾਂ ਬਹੁਤ ਇਕੱਠੀਆਂ ਹੋ ਜਾਂਦੀਆਂ ਨੇ। ਬੇਸ਼ੱਕ ਤੁਸੀਂ ਕਿਸੇ ਵੀ ਸਬਜੈਕਟ ਦੀ ਇਕੱਲੇ ਫਿਜ਼ੀਕਲ ਦੀ ਨਹੀਂ ਹੋਰ ਦੀ ਵੀ ਲਿਖ ਰਹੇ ਹੋ। ਮੰਨ ਲਓ ਕਿ ਮੈਨੂੰ ਇਹ ਡੈਫੀਨੇਸ਼ਨ ਯਾਦ ਸੀਗੀ, ਮੈਂ ਇਹ ਭੁੱਲ ਗਿਆ ਕਿ ਇਹ ਦਿੱਤੀ ਕਿਹਨੇ ਹੈ, ਤਾਂ ਹੁਣ ਮੈਂ ਕੀ ਕਰੂੰਗਾ। ਤੁਹਾਡੀ ਡੈਫੀਨੇਸ਼ਨ ਯਾਦ ਹੈ, ਰਾਈਟਰ ਦਾ ਨੇਮ ਕਈ ਵਾਰ ਇੰਟਰਚੇਂਜ ਹੋ ਜਾਂਦਾ, ਸਾਨੂੰ ਲੱਗਦਾ ਕਿ ਕਿਹਨੇ ਦਿੱਤੀ ਹੈ, ਇਹਨੇ ਦਿੱਤੀ ਹੈ ਜਾਂ ਉਹਨੇ ਦਿੱਤੀ ਹੈ। ਤਾਂ ਉੱਥੇ ਅਸੀਂ ਇੱਕ ਵਰਡ ਵਰਤ ਸਕਦੇ ਹਾਂ ਲੇਮੈਨ। ਇਹ ਸ਼ਬਦ ਹੈ ਜਿਹੜਾ ਤੁਸੀਂ ਕਿਸੇ ਵੀ ਡੈਫੀਨੇਸ਼ਨ ਦੇ ਨਾਲ ਯੂਜ਼ ਕਰ ਸਕਦੇ ਹੋ। ਲੇਮੈਨ ਦਾ ਮਤਲਬ ਹੁੰਦਾ ਕਿ ਇੱਕ ਆਮ ਵਿਅਕਤੀ ਦੇ ਸ਼ਬਦਾਂ ਦੇ ਵਿੱਚ ਹੈ ਨਾ। ਤਾਂ ਤੁਸੀਂ ਇਹ ਵਰਡ ਹੈ ਜਿਹੜਾ ਕਿਸੇ ਵੀ ਡੈਫੀਨੇਸ਼ਨ ਦੇ ਨਾਲ ਯੂਜ਼ ਕਰ ਸਕਦੇ ਹੋ। ਤਾਂ ਮੀਨਿੰਗ ਅਲੱਗ ਚੀਜ਼ ਹੈ ਜੀ, ਡੈਫੀਨੇਸ਼ਨ ਅਲੱਗ ਚੀਜ਼ ਹੈ। ਮੀਨਿੰਗ ਤੁਸੀਂ ਆਪਣੇ ਕੋਲੋਂ ਦੱਸ ਸਕਦੇ ਹੋ ਕਿ ਇਹ ਚੀਜ਼ ਹੈਗੀ ਕੀ ਹੈ, ਬਟ ਡੈਫੀਨੇਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਕਿਸੇ ਦੇ ਦੁਆਰਾ ਕਹੇ ਗਏ ਸ਼ਬਦ ਨੇ। ਜਿਵੇਂ ਇਹ ਸ਼ਬਦ ਸੀਗੇ ਜਿਹੜੇ ਉਹ ਵੈਬਸਟਰ ਵਿਸ਼ਵਕੋਸ਼ ਦੇ ਅਨੁਸਾਰ ਸੀਗੇ। ਉਹ ਤੋਂ ਬਾਅਦ ਵਾਲੀ ਗੱਲ ਕੀਤੀ ਹੈ ਕਿ ਦਬਾਅ ਦੇ ਅਨੁਸਾਰ ਜਿਹੜੀ ਵੀ ਕੋਈ ਸਥਿਤੀ ਆਉਂਦੀ ਹੈ ਉਹਦੇ ਅਨੁਸਾਰ ਢਲ ਜਾਣ ਦੀ ਜਿਹੜੀ ਸਾਡੀ ਸਮਰੱਥਾ ਹੈ ਉਹਨੂੰ ਅਸੀਂ ਫਿਜ਼ੀਕਲ ਫਿਟਨੈਸ ਕਹਿੰਦੇ ਹਾਂ। ਤਾਂ ਉਹ ਕਿਹਦੇ ਅਨੁਸਾਰ ਹੈ, ਉਹ ਕਰੋਲਸ ਦੇ ਅਨੁਸਾਰ ਹੈ। ਤਾਂ ਡੈਫੀਨੇਸ਼ਨ ਦੇ ਵਿੱਚ ਹਮੇਸ਼ਾ ਕੀ ਲਿਖਣਾ ਤੁਸੀਂ ਨੇ ਕਿ ਕਿਸੇ ਦੇ ਦੁਆਰਾ ਕਹੇ ਗਏ ਸ਼ਬਦਾਂ ਨੂੰ ਲਿਖਣਾ ਨਾ ਕਿ ਆਪਣੇ ਵੱਲੋਂ। ਤੇ ਇਹਦੇ ਵਿੱਚ ਤੁਸੀਂ ਕੋਈ ਵੀ ਚੀਜ਼ ਚੇਂਜ ਨਹੀਂ ਕਰ ਸਕਦੇ। ਡੈਫੀਨੇਸ਼ਨ ਜਿਵੇਂ ਕਿਸੇ ਨੇ ਦਿੱਤੀ ਹੈ ਤੁਹਾਨੂੰ ਐਜ਼ ਇਟ ਇਜ਼ ਲਿਖਣੀ ਪਊਗੀ। ਤੇ ਡੈਫੀਨੇਸ਼ਨ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਇਹ ਹਮੇਸ਼ਾ ਇੱਕ ਲਾਈਨ ਦੇ ਵਿੱਚ ਹੀ ਕਹੀ ਗਈ ਗੱਲ ਹੁੰਦੀ ਹੈ। ਇਹ ਕੋਈ ਲੰਮਾ ਚੌੜੀ ਗੱਲ ਨਹੀਂ ਹੁੰਦੀ, ਇਹ ਹਮੇਸ਼ਾ ਸਿੰਗਲ ਲਾਈਨ ਹੁੰਦੀ ਹੈ। ਸਿੰਗਲ ਲਾਈਨ ਦੇ ਵਿੱਚ ਗੱਲ ਹੈ ਜਿਹੜੀ ਉਹ ਸਮਾਪਤ ਕੀਤੀ ਹੁੰਦੀ ਹੈ ਹਰ ਇੱਕ ਡੈਫੀਨੇਸ਼ਨ ਦੇ ਵਿੱਚ। ਤਾਂ ਮੀਨਿੰਗ ਹੋ ਗਿਆ ਜੀ, ਡੈਫੀਨੇਸ਼ਨ ਹੋ ਗਈ ਫਿਜ਼ੀਕਲ ਫਿਟਨੈਸ ਦੇ। ਅੱਗੇ ਅਸੀਂ ਗੱਲ ਕਰਾਂਗੇ ਕੰਪੋਨੈਂਟਸ ਆਫ ਫਿਜ਼ੀਕਲ ਫਿਟਨੈਸ। ਕਿਉਂਕਿ ਯੋਗਤਾ ਜਿਹੜੀ ਕਿਸੇ ਬੰਦੇ ਦੀ, ਕਿਉਂਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਸਰੀਰਕ ਯੋਗਤਾ ਦੀ ਕਿ ਵੈਰੀ ਕਰਦੀ ਹੈ ਬੰਦਾ ਤੋਂ ਬੰਦਾ ਹੈ ਨਾ, ਕਿ ਹਰ ਇਨਸਾਨ ਦੀ ਵੱਖਰੀ ਯੋਗਤਾ ਜਿਹੜੀ ਹੋ ਸਕਦੀ ਹੈ। ਤਾਂ ਕਿਹੜੇ ਪੈਮਾਨੇ ਨੇ, ਕਿਹੜੇ ਤੱਤ ਨੇ ਜਿਨ੍ਹਾਂ ਦੇ ਆਧਾਰ ਤੇ ਅਸੀਂ ਸਰੀਰਕ ਯੋਗਤਾ ਨੂੰ ਦੇਖ ਸਕਦੇ ਹਾਂ। ਤਾਂ ਇਹਦੇ ਟੋਟਲ ਜੇਕਰ ਤੁਸੀਂ ਪੰਜਾਬ ਬੋਰਡ ਦੀ ਕਿਤਾਬ ਪੜ੍ਹੋਗੇ ਤਾਂ ਟੋਟਲ ਇਹਦੇ ਜਿਹੜੇ ਸਰੀਰਕ ਯੋਗਤਾ ਦੇ ਤੱਤ ਨੇ
ਜਿਹੜੇ ਸਰੀਰਕ ਯੋਗਤਾ ਦੇ ਤੱਤ ਨੇ। ਤਾਂ ਜਦੋਂ ਤੁਸੀਂ ਇਹਨਾਂ ਨੂੰ ਪੜ੍ਹੋਗੇ ਤਾਂ ਸਰੀਰਕ ਯੋਗਤਾ ਦੇ ਤੁਹਾਨੂੰ ਪੰਜਾਬੀ ਦੀ ਜਿਹੜੀ ਪੰਜਾਬ ਬੋਰਡ ਦੀ ਜਿਹੜੀ ਕਿਤਾਬ ਉਹਦੇ ਵਿੱਚ 5 ਮਿਲਣਗੇ, ਕਈ ਜਗ੍ਹਾ ਤੇ ਤੁਹਾਨੂੰ 6 ਵੀ ਇਹ ਮਿਲ ਜਾਣਗੇ ਜੇਕਰ ਤੁਸੀਂ ਕਿਸੇ ਗਾਈਡ ਤੋਂ ਪੜ੍ਹ ਰਹੇ ਹੋ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ, ਇੱਕ ਕੰਪੋਨੈਂਟ ਬੜਾ ਜ਼ਰੂਰੀ ਹੈਗਾ ਸਾਡਾ, ਉਹ ਹੈਗਾ ਸਾਡੇ ਕੋਲੇ ਤਾਕਤ। ਤਾਕਤ ਨੂੰ ਅਸੀਂ ਇੰਗਲਿਸ਼ 'ਚ ਕਹਿ ਦਿੰਦੇ ਹਾਂ ਜੀ ਸਟਰੈਂਥ। ਤਾਕਤ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਸਟਰੈਂਥ ਕਹਿ ਦਿੰਦੇ ਹਾਂ। ਸਟਰੈਂਥ ਤੋਂ ਅੱਗੇ ਸਾਡੇ ਕੋਲ ਆਉਂਦੀ ਹੈ ਜੀ ਗਤੀ। ਗਤੀ ਨੂੰ ਅਸੀਂ ਅੰਗਰੇਜ਼ੀ 'ਚ ਕੀ ਕਹਿ ਦਿੰਦੇ ਹਾਂ ਜੀ? ਸਪੀਡ। ਤਾਕਤ ਹੋ ਗਈ ਸਾਡੇ ਕੋਲ, ਗਤੀ ਹੋ ਗਈ, ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਜੀ ਸਹਿਣ ਸ਼ਕਤੀ। ਇਹਨੂੰ ਅਸੀਂ ਕਹਿ ਦਿੰਦੇ ਹਾਂ ਐਂਡੋਰੈਂਸ। ਇਹਨੂੰ ਅਸੀਂ ਕਈ ਵਾਰ ਸਟੈਮਿਨਾ ਵਰਡ ਵੀ ਯੂਜ਼ ਕਰ ਲੈਂਦੇ ਇਹਦੇ ਲਈ ਕਈ ਵਾਰ ਅਸੀਂ ਸਟੈਮਿਨਾ ਵਰਡ ਹੈ ਜਿਹੜਾ ਉਹ ਵੀ ਯੂਜ਼ ਕਰ ਲੈਂਦੇ ਹਾਂ। ਅੱਗੇ ਸਾਡੇ ਕੋਲ ਆ ਜਾਂਦੀ ਹੈ ਜੀ ਲਚਕ। ਲਚਕ ਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਹਾਂ ਫਲੈਕਸੀਬਿਲਿਟੀ। ਲਾਸਟ ਸਾਡੇ ਕੋਲ ਆ ਜਾਂਦਾ ਜੀ ਤਾਲਮੇਲ। ਤਾਲਮੇਲ ਯੋਗਤਾ ਨੂੰ ਅਸੀਂ ਕਹਿੰਦੇ ਹਾਂ ਕੋਆਰਡੀਨੇਟਿਵ ਐਬਿਲਿਟੀ। ਤਾਂ ਛੇਵਾਂ ਵੈਸੇ ਜਿਹੜੀ ਪੰਜਾਬ ਬੋਰਡ ਦੀ ਕਿਤਾਬ ਉਹਦੇ 'ਚ ਇਹ 5 ਹੀ ਤੁਹਾਨੂੰ ਲਿਖੇ ਮਿਲਣਗੇ। ਕਈ ਵਾਰ ਜਿਹੜਾ ਛੇਵਾਂ ਤੋਂ ਪੁੱਛ ਲਿਆ ਜਾ ਸਕਦਾ ਹੈ। ਤਾਂ ਛੇਵਾਂ ਜਿਹੜਾ ਹੁੰਦਾ ਜੀ ਉਹ ਹੁੰਦਾ ਫੁਰਤੀ। ਇਹਨੂੰ ਬੋਲਦੇ ਹਾਂ ਅਸੀਂ ਐਜਿਲਿਟੀ। ਵੈਸੇ ਸਪੈਸ਼ਲ ਕੰਪੋਨੈਂਟ ਹੈਗਾ ਜਿਹੜਾ ਐਜਿਲਿਟੀ ਹੈਗਾ, ਮੇਨਲੀ ਜਿਹੜੇ ਹੈਗੇ ਨੇ ਉਹ 5 ਹੀ ਨੇ। ਜੇਕਰ ਸਾਨੂੰ ਸਰੀਰਕ ਯੋਗਤਾ ਦੇ ਅੰਕ ਪੁੱਛੇ ਜਾਂਦੇ ਨੇ ਤਾਂ ਅਸੀਂ 5 ਹੀ ਦੱਸਾਂਗੇ। ਸਾਡੇ ਕੋਲ ਤਾਕਤ ਹੈਗੀ ਹੈ, ਗਤੀ ਹੈਗੀ ਹੈ, ਸਹਿਣ ਸ਼ਕਤੀ ਹੈਗੀ ਹੈ, ਲਚਕ ਹੈਗੀ ਹੈ, ਫੁਰਤੀ ਹੈਗੀ ਹੈ ਅਤੇ ਤਾਲਮੇਲ ਯੋਗਤਾ ਹੈਗੀ ਹੈ। ਹੁਣ ਜੇਕਰ ਅਸੀਂ ਗੱਲ ਕਰੀਏ ਤਾਕਤ ਦੀ, ਤਾਕਤ ਕੀ ਚੀਜ਼ ਹੁੰਦੀ ਹੈ? ਤਾਕਤ ਦੇਖੋ, ਤਾਕਤ ਦਾ ਮਤਲਬ ਹੁੰਦਾ ਹੈ ਐਬਿਲਿਟੀ ਟੂ ਐਕਟ ਅਗੇਂਸਟ ਰੈਜ਼ਿਸਟੈਂਸ। ਕਿਸੇ ਵੀ ਪ੍ਰਤੀਰੋਧ ਦੇ ਵਿਰੁੱਧ ਬਲ ਲਾਉਣ ਦੀ ਸਾਡੀ ਜਿਹੜੀ ਸਮਰੱਥਾ ਹੈਗੀ ਹੈ। ਜੇਕਰ ਤੁਸੀਂ ਕੋਈ ਵੀ ਚੀਜ਼ ਕਰਨੀ ਹੈ ਨਾ, ਜੇਕਰ ਸਪੋਜ਼ ਕਰੋ ਕਿ ਮੈਂ ਇਹ ਮਾਰਕਰ ਚੱਕਣਾ ਹੈ, ਤਾਂ ਮਾਰਕਰ ਚੱਕਣ ਦੇ ਲਈ ਵੀ ਮੇਰੇ ਸਰੀਰ ਦੇ ਵਿੱਚ ਤਾਕਤ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਕਾਪੀ ਪੈਨ ਲੈ ਕੇ ਕੁਝ ਲਿਖ ਰਹੇ ਹੋ ਤਾਂ ਉਹਦੇ ਲਈ ਵੀ ਤੁਹਾਨੂੰ ਤਾਕਤ ਚਾਹੀਦੀ ਹੈ। ਜੇਕਰ ਅਸੀਂ ਖੜੇ ਹਾਂ 2 ਪੈਰਾਂ ਤੇ ਤਾਂ ਵੀ ਸਾਡੀ ਤਾਕਤ ਲੱਗ ਰਹੀ ਹੈ। ਜੇਕਰ ਅਸੀਂ ਬੈਠੇ ਹਾਂ ਤਾਂ ਵੀ ਸਾਡੇ ਸਰੀਰ ਦੀ ਤਾਕਤ ਲੱਗ ਰਹੀ ਹੈ। ਤਾਂ ਤਾਕਤ ਦਾ ਮਤਲਬ ਕੀ ਹੈ ਕਿ ਤੁਹਾਡੇ ਰਸਤੇ ਦੇ ਵਿੱਚ ਕੋਈ ਵੀ ਜਿਹੜੀ ਰੁਕਾਵਟ ਆਉਂਦੀ ਹੈ ਉਹਨੂੰ ਜਿਸ ਸਮਰੱਥਾ ਦੇ ਰਾਹੀਂ ਦੂਰ ਕਰਦੇ ਹੋ ਤੁਸੀਂ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਉਹਨੂੰ ਅਸੀਂ ਕਹਿੰਦੇ ਹਾਂ ਜੀ ਸਟਰੈਂਥ। ਸਿੰਪਲ ਭਾਸ਼ਾ 'ਚ ਇਹਨੂੰ ਕੀ ਕਹਿ ਸਕਦੇ ਹਾਂ ਅਸੀਂ? ਸਟਰੈਂਥ ਨੂੰ। ਜੇ ਇੰਗਲਿਸ਼ 'ਚ ਲਿਖੋਗੇ ਸਿਰਫ ਇੱਕ ਲਾਈਨ ਹੀ ਹੈ, ਐਬਿਲਿਟੀ ਟੂ ਐਕਟ ਅਗੇਂਸਟ ਰੈਜ਼ਿਸਟੈਂਸ। ਮਤਲਬ ਕੀ ਹੈ? ਕਿਸੇ ਵੀ ਪ੍ਰਤੀਰੋਧ ਦੇ ਵਿਰੁੱਧ ਕੰਮ ਕਰਨਾ, ਹੈ ਨਾ। ਸਾਡੇ ਸਰੀਰ ਦੀ ਉਹ ਸਮਰੱਥਾ ਜਿਸ ਦੇ ਰਾਹੀਂ ਅਸੀਂ ਕਿਸੇ ਵੀ ਪ੍ਰਤੀਰੋਧ ਦੇ ਵਿਰੋਧ ਦੇ ਵਿੱਚ ਕੰਮ ਕਰਦੇ ਹਾਂ। ਅੱਗੇ ਜਿਹੜੀ ਸਟਰੈਂਥ ਹੈ, ਜਿਹਦੀਆਂ ਟਾਈਪਸ ਕਿੰਨੀਆਂ ਨੇ? ਤਾਂ ਸਟਰੈਂਥ ਹੈ ਜਿਹੜੀ ਇਹ ਸਾਡੀ 3 ਤਰ੍ਹਾਂ ਦੀ ਹੁੰਦੀ ਹੈ। ਡਿਟੇਲ ਦੇ ਵਿੱਚ ਅੱਗੇ ਪੜ੍ਹਦੇ ਹਾਂ ਅਸੀਂ। ਤਾਂ ਇਹਨੂੰ ਲਿਖਾਂਗੇ ਕਿ ਅਸੀਂ ਸਟਰੈਂਥ ਕੀ ਹੈ? ਐਬਿਲਿਟੀ ਹੈਗੀ ਹੈ ਸਾਡੇ ਸਰੀਰ ਦੀ ਟੂ ਐਕਟ ਅਗੇਂਸਟ ਰੈਜ਼ਿਸਟੈਂਸ। ਅੱਗੇ ਅਸੀਂ ਕਰਦੇ ਹਾਂ ਜੀ ਸਪੀਡ ਦੀ ਗੱਲ। ਸਪੀਡ ਕੀ ਹੈ? ਫਿਜ਼ਿਕਸ ਦੇ ਵਿੱਚ ਸਪੀਡ ਨੂੰ ਕਿਵੇਂ ਲਿਖਿਆ ਜਾਂਦਾ ਹੈ ਜੀ? ਜੇਕਰ ਤੁਸੀਂ ਫਿਜ਼ਿਕਸ ਦੇ ਵਿੱਚ ਲਿਖੋਗੇ, ਫਿਜ਼ਿਕਸ ਦੇ ਵਿੱਚ ਸਿੰਪਲ ਦਾ ਮੀਨਿੰਗ ਹੈ ਇਹਦਾ ਡਿਸਟੈਂਸ ਵਟੇ ਟਾਈਮ। ਸਿੰਪਲ ਦਾ ਮਤਲਬ ਹੈ ਨਾ ਡਿਸਟੈਂਸ ਵਟੇ ਟਾਈਮ। ਮਤਲਬ ਡਿਸਟੈਂਸ ਦਾ ਮਤਲਬ ਕੀ ਹੁੰਦਾ ਜੀ? ਦੂਰੀ ਵਟੇ ਸਮਾਂ। ਜੇਕਰ ਤੁਸੀਂ ਦੂਰੀ ਨੂੰ ਸਮੇਂ ਦੇ ਉੱਪਰ ਡਿਵਾਈਡ ਕਰ ਦੋਗੇ ਤਾਂ ਤੁਹਾਡੇ ਕੋਲੇ ਕੀ ਚੀਜ਼ ਆ ਜਾਊਗੀ? ਸਪੀਡ ਆ ਜਾਊਗੀ ਇਨ ਟਰਮਸ ਆਫ ਫਿਜ਼ਿਕਸ, ਹੈ ਨਾ। ਜੇ ਫਿਜ਼ਿਕਸ ਦੀ ਟਰਮਸ ਦੇ ਵਿੱਚ ਗੱਲ ਕਰੀਏ ਤਾਂ ਆਪਾਂ ਸੌਖਾ ਕਰਕੇ ਸਮਝਾਂਗੇ ਕਿ ਜੇਕਰ ਅਸੀਂ ਦੂਰੀ ਨੂੰ ਸਮੇਂ ਤੇ ਡਿਵਾਈਡ ਕਰ ਦਈਏ, ਮੰਨ ਲਓ ਤੁਸੀਂ ਨੇ 100 ਮੀਟਰ ਹੈ ਜਿਹੜੀ ਉਹ 10 ਸਕਿੰਟ ਦੇ ਵਿੱਚ ਪੂਰੀ ਕੀਤੀ, ਤਾਂ 0 ਦੇ ਨਾਲ 0 ਕੱਟੀ ਗਈ, ਤੁਹਾਡੀ ਸਪੀਡ 10 ਮੀਟਰ ਪਰ ਸੈਕਿੰਡ ਆ ਗਈ। ਮੀਟਰ ਪਰ ਸੈਕਿੰਡ ਕਿਉਂ ਲਿਖਿਆ? ਕਿਉਂਕਿ ਅਸੀਂ 100 ਉੱਪਰ ਮੀਟਰ ਦੇ ਵਿੱਚ ਲਿਖਿਆ ਸੀ, ਜਿਹੜਾ ਥੱਲੇ 10 ਸੀਗਾ ਇਹ ਸੈਕਿੰਡ ਦੇ ਵਿੱਚ ਲਿਖਿਆ ਸੀ, ਤਾਂ ਮੀਟਰ ਵਟਾ
ਸੈਕਿੰਡ ਆ ਗਈ ਸਾਡੇ ਕੋਲ ਸਪੀਡ ਕਿ 1 ਸਕਿੰਟ ਦੇ ਵਿੱਚ ਅਸੀਂ ਕਿੰਨਾ ਦੂਰੀ ਕਵਰ ਕੀਤੀ 10 ਮੀਟਰ। ਸਿੰਪਲ ਦੂਸਰੀ ਚੀਜ਼ ਅਸੀਂ ਕਹਿ ਸਕਦੇ ਹਾਂ ਜੀ, ਹੁਣ ਸਪੀਡ ਹੈ ਜਿਹੜੀ ਸਪੀਡ ਇਕੱਲੀ ਹੁਣ ਸਾਡੀ ਭੱਜਣ ਵਾਸਤੇ ਨਹੀਂ ਕੰਮ ਆਉਂਦੀ। ਤੁਸੀਂ ਪੈਨ ਨਾਲ ਲਿਖ ਰਹੇ ਹੋ ਕਾਪੀਆਂ ਦੇ ਉੱਪਰ ਤਾਂ ਵੀ ਸਾਡੀ ਸਪੀਡ ਯੂਜ਼ ਹੁੰਦੀ ਹੈ। ਤੁਸੀਂ ਗਿਟਾਰ ਵਜਾ ਰਹੇ ਹੋ, ਤੁਸੀਂ ਪਿਆਨੋ ਵਜਾ ਰਹੇ ਹੋ, ਹੈ ਨਾ, ਤਾਂ ਹਰ ਇੱਕ ਚੀਜ਼ ਦੀ ਸਪੀਡ ਅਲੱਗ-ਅਲੱਗ ਹੈ। ਕੋਈ ਕੱਪੜੇ ਸਿਉਂ ਰਿਹਾ, ਉਹਦੀ ਕੱਪੜੇ ਸਿਉਣ ਦੀ ਸਪੀਡ ਅਲੱਗ ਹੈਗੀ ਹੈ। ਕੋਈ ਸੁਆਣੀ ਹੈ ਜਿਹੜੀ ਉਹ ਘਰੇ ਆਪਣੀ ਕੋਈ ਕੋਟੀ ਬੁਣ ਰਹੀ ਹੈ, ਉਹਦੀ ਕੋਟੀ ਬੁਣਨ ਦੀ ਸਪੀਡ ਹੈਗੀ ਹੈ। ਕੋਈ ਬੰਦਾ ਕੰਪਿਊਟਰ ਦੇ ਉੱਪਰ ਟਾਈਪਿੰਗ ਕਰ ਰਿਹਾ, ਉਹਦੀ ਟਾਈਪਿੰਗ ਕਰਨ ਦੀ ਸਪੀਡ ਹੈਗੀ ਹੈ। ਤਾਂ ਸਪੀਡ ਹੈ ਜਿਹੜੀ ਉਹ ਵੀ ਵੈਰੀ ਕਰਦੀ ਹੈ ਕਿ ਤੁਸੀਂ ਕਿਹੜੇ ਕੰਮ ਦੇ ਵਿੱਚ ਯੂਜ਼ ਕਰ ਰਹੇ ਹੋ। ਤਾਂ ਸਪੀਡ ਦਾ ਮਤਲਬ ਹੁੰਦਾ ਸਿੰਪਲੀ ਕੁਇਕਨੈਸ ਆਫ ਮੂਵਮੈਂਟ, ਹੈ ਨਾ, ਕਿ ਤੁਸੀਂ ਕਿੰਨੀ ਤੇਜ਼ੀ ਦੇ ਨਾਲ ਕੋਈ ਵੀ ਹਰਕਤ ਹੈ ਜਿਹੜੀ ਉਹ ਪਰਫਾਰਮ ਕਰਦੇ ਹੋ, ਉਹਨੂੰ ਅਸੀਂ ਕੀ ਕਹਿੰਦੇ ਆ, ਗਤੀ। ਗਤੀ ਦਾ ਮਤਲਬ ਕਿ ਕਿੰਨੀ ਤੇਜ਼ੀ ਦੇ ਨਾਲ ਅਸੀਂ ਕੋਈ ਵੀ ਹਰਕਤ ਕਰਦੇ ਹਾਂ, ਚਾਹੇ ਸਾਡੇ ਹੱਥ ਦੀ ਹੋਵੇ, ਚਾਹੇ ਉਂਗਲਾਂ ਦੀ ਹੋਵੇ, ਚਾਹੇ ਸਾਡੇ ਪੈਰ ਦੀ ਹੋਵੇ, ਚਾਹੇ ਸਾਡੇ ਲੱਤ ਦੀ ਹੋਵੇ, ਕਿੰਨੀ ਤੇਜ਼ੀ ਦੇ ਨਾਲ ਅਸੀਂ ਕਿਸੇ ਵੀ ਮੂਵਮੈਂਟ ਨੂੰ ਪਰਫਾਰਮ ਕਰਦੇ ਹਾਂ, ਉਹਨੂੰ ਅਸੀਂ ਕੀ ਕਹਿੰਦੇ ਆ, ਗਤੀ ਕਹਿੰਦੇ ਆ। ਗਤੀ ਨੂੰ ਜੇਕਰ ਅਸੀਂ ਮਾਪਣਾ ਹੋਵੇ ਕਿਵੇਂ ਮਾਪ ਸਕਦੇ ਹਾਂ, ਅਸੀਂ ਜਿੰਨੀ ਤੈਅ ਕੀਤੀ ਗਈ ਦੂਰੀ ਹੈ ਤੇ ਜਿੰਨਾ ਉਹਦੇ ਲਈ ਅਸੀਂ ਨੇ ਸਮਾਂ ਲਿਆ ਉਹਨੂੰ ਕੀ ਕਰ ਦਾਂਗੇ, ਡਿਵਾਈਡ ਕਰ ਦਾਂਗੇ, ਤਾਂ ਸਾਡੇ ਕੋਲੇ ਕੀ ਆ ਜਾਊਗਾ ਜੀ, ਸਪੀਡ ਆ ਜਾਏਗੀ ਕਿ ਅਸੀਂ ਕਿੰਨੀ ਸਪੀਡ ਦੇ ਨਾਲ ਉਹ ਦੂਰੀ ਤੈਅ ਕੀਤੀ। ਤਾਂ ਅੱਗੇ ਜਿਹੜੀ ਸਾਡੀ ਸਪੀਡ ਹੈਗੀ ਹੈ ਜੀ, ਸਪੀਡ ਦੀਆਂ ਜਿਹੜੀਆਂ ਕਿਸਮਾਂ ਨੇ ਟੋਟਲ ਉਹ ਹੈਗੀਆਂ ਨੇ 5, ਡਿਟੇਲ ਦੇ ਵਿੱਚ ਅਸੀਂ ਅੱਗੇ ਪੜਾਂਗੇ। ਤੀਸਰੀ ਸਾਡੀ ਆ ਗਈ ਜੀ ਸਹਿਨ ਸ਼ਕਤੀ, ਜਿਹਨੂੰ ਅਸੀਂ ਇੰਡੋਰੈਂਸ ਕਹਿੰਦੇ ਆ। ਇੰਡੋਰੈਂਸ ਕੀ ਹੁੰਦੀ ਹੈ ਜੀ, ਇੰਡੋਰੈਂਸ ਹੁੰਦੀ ਹੈ ਐਬਿਲਿਟੀ, ਵਿੱਚ ਦੋ ਚੀਜ਼ਾਂ ਯੂਜ਼ ਕਰ ਸਕਦੇ ਹਾਂ ਅਸੀਂ, ਐਬਿਲਿਟੀ ਟੂ ਐਕਟ ਵੀ ਕਹਿ ਸਕਦੇ ਹਾਂ, ਐਕਟ ਅਗੇਂਸਟ ਫਟੀਗ, ਜੋ ਦੂਸਰੀ ਚੀਜ਼ ਕਹਿ ਸਕਦੇ ਹਾਂ ਕਿ ਐਬਿਲਿਟੀ ਟੂ ਡਿਲੇ ਫਟੀਗ। ਮਤਲਬ ਕਿ ਅਸੀਂ ਸਾਡੇ ਸਰੀਰ ਨੂੰ ਥੱਕਣ ਨਹੀਂ ਦੇਣਾ ਤੇ ਕੋਈ ਲੰਮਾ ਸਮਾਂ ਜਿਹੜਾ ਕੰਮ ਹੈ ਉਹ ਕਰਨਾ। ਮੰਨ ਲਓ ਕਿ ਮੈਂ ਇੱਕ ਕਲਾਸ ਲਗਾ ਰਿਹਾ, ਤੁਹਾਡੀ ਕਲਾਸ ਲਾਉਣ ਦੇ ਲਈ ਤੁਹਾਨੂੰ ਹੋ ਸਕਦਾ ਘੰਟਾ ਜਾਂ 1.5 ਘੰਟਾ ਬੈਠਣਾ ਪੈ ਜਾਵੇ। ਜੇਕਰ ਤੁਸੀਂ ਲੰਮੇ ਸਮੇਂ ਤੱਕ ਬਿਨਾਂ ਥੱਕੇ ਬੈਠੇ ਰਹਿਣੇ ਹੋ, ਇਟ ਮੀਨਸ ਕੀ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਸਹਿਣ ਸ਼ਕਤੀ ਹੈ ਜਿਹੜੀ ਉਹ ਹੈਗੀ ਆ। ਸਹਿਣ ਸ਼ਕਤੀ ਦਾ ਮਤਲਬ ਕਿ ਤੁਹਾਡਾ ਸਰੀਰ ਕਿੰਨੇ ਲੰਮੇ ਸਮੇਂ ਦੇ ਲਈ ਜਿਹੜਾ ਕੋਈ ਵੀ ਕੰਮ ਹੈ ਉਹ ਕਰ ਸਕਦਾ। ਇਹਨੂੰ ਕਹਿ ਸਕਦੇ ਹਾਂ ਅਸੀਂ ਜਾਂ ਤਾਂ ਐਬਿਲਿਟੀ ਟੂ ਐਕਟ ਅਗੇਂਸਟ ਫਟੀਗ, ਤੇ ਜਾਂ ਕਹਿ ਸਕਦੇ ਹਾਂ ਐਬਿਲਿਟੀ ਟੂ ਡਿਲੇ ਫਟੀਗ, ਕਿ ਅਸੀਂ ਕਿੰਨਾ ਡਿਲੇ ਕਰ ਸਕਦੇ ਹਾਂ, ਕਿੰਨਾ ਜਿਹੜਾ ਥਕਾਵਟ ਹੈ ਉਹਨੂੰ ਕਿੰਨਾ ਲੰਮੇ ਸਮੇਂ ਲਈ ਟਾਲ ਸਕਦੇ ਅਸੀਂ, ਉਹਨੂੰ ਕੀ ਕਹਿੰਦੇ ਆ, ਐਬਿਲਿਟੀ ਟੂ ਡਿਲੇ ਫਟੀਗ। ਯਾਨੀ ਕਿ ਇੰਡੋਰੈਂਸ ਸਾਡਾ ਸਟੈਮਿਨਾ ਕਿੰਨਾ ਹੈ, ਅਸੀਂ ਕਿੰਨੇ ਵੱਧ ਤੋਂ ਵੱਧ ਸਮੇਂ ਦੇ ਲਈ ਕੋਈ ਵੀ ਕੰਮ ਹੈ ਜਿਹੜਾ ਉਹ ਕਰ ਸਕਦੇ ਹਾਂ। ਤਾਂ ਇਹ ਹੈਗੀ ਹੈ ਜੀ ਸਾਡੀ ਸਹਿਣ ਸ਼ਕਤੀ। ਸਹਿਣ ਸ਼ਕਤੀ ਹੈ ਜਿਹੜੀ ਸਾਡੀ ਹੈਗੀ ਹੈ ਜੀ 3 ਤਰ੍ਹਾਂ ਦੀ। ਅੱਗੇ ਸਾਡੇ ਕੋਲ ਆ ਜਾਂਦੀ ਹੈ ਜੀ ਲਚਕ। ਲਚਕ ਦਾ ਸਿੰਪਲ ਮਤਲਬ ਕੀ ਹੈ, ਇਹਨੂੰ ਅੰਗਰੇਜ਼ੀ ਦੇ 3 ਅੱਖਰਾਂ ਨਾਲ ਹੀ ਸਮਝ ਸਕਦੇ ਹਾਂ ਅਸੀਂ, ROM। R ਮੀਨਸ range, O means of, M for motion, range of motion at joints, ਕਿ ਤੁਹਾਡੇ ਜਿਹੜੇ ਜੋੜ ਨੇ, ਮੇਰੀ ਬਾਂਹ ਇਹ ਕਿੰਨੀ ਵੱਧ ਤੋਂ ਵੱਧ ਖੁੱਲ ਸਕਦੀ ਹੈ, ਕਿੰਨੀ ਵੱਧ ਤੋਂ ਵੱਧ ਇਹ ਬੰਦ ਹੋ ਸਕਦੀ ਹੈ। ਇਸ ਨੂੰ ਮੈਂ ਕੀ ਕਹੂੰਗਾ ਕਿ ਮੇਰੇ ਸਰੀਰ ਦੇ ਵਿੱਚ ਲਚਕ ਕਿੰਨੀ ਹੈ, ਯਾਨੀ ਕਿ ਮੇਰੇ ਸਰੀਰ ਦੇ ਜੋੜਾਂ ਦੀ ਸਮਰੱਥਾ ਹੈ ਕਿ ਉਹ ਕਿੰਨੇ ਵੱਧ ਤੋਂ ਵੱਧ ਖੁੱਲ ਸਕਦੇ ਨੇ, ਕਿੰਨੇ ਵੱਧ ਤੋਂ ਵੱਧ ਬੰਦ ਹੋ ਸਕਦੇ ਨੇ, ਉਹਨੂੰ ਅਸੀਂ ਕੀ ਕਹਿੰਦੇ ਹਾਂ ਜੀ, ਲਚਕ ਕਹਿੰਦੇ ਹਾਂ। ਰੇਂਜ ਆਫ ਮੋਸ਼ਨ, ਜਾਂ ਇੰਗਲਿਸ਼ 'ਚ ਕਹਿ ਦਿੰਦੇ ਹਾਂ ਅਸੀਂ ਇਹਨੂੰ ਫਲੈਕਸੀਬਿਲਿਟੀ, ਅਸੀਂ ਆਪਣੇ ਜੋੜਾਂ ਨੂੰ ਕਿਸ ਰੇਂਜ ਤੱਕ ਖੋਲ ਸਕਦੇ ਹਾਂ, ਕਿੰਨਾ ਵੱਧ ਤੋਂ ਵੱਧ ਖੋਲ ਸਕਦੇ ਹਾਂ, ਕਿੰਨਾ ਵੱਧ ਤੋਂ ਵੱਧ ਬੰਦ ਕਰ ਸਕਦੇ ਹਾਂ। ਤਾਂ ਜਿਹੜੀ ਲਚਕ ਹੈ ਜੀ ਇਹ 2 ਤਰ੍ਹਾਂ ਦੀ ਹੁੰਦੀ ਹੈ। ਅੱਗੇ ਆ ਗਈ ਜੀ ਸਾਡੇ ਕੋਲ ਐਜਿਲਿਟੀ। ਅੱਗੇ ਜੀ ਸਾਡੇ ਕੋਲ ਆ ਗਈ ਐਜਿਲਿਟੀ। ਐਜਿਲਿਟੀ ਨੂੰ ਪੰਜਾਬੀ ਦੇ ਵਿੱਚ ਫੁਰਤੀ ਕਹਿੰਦੇ ਆ। ਪੰਜਾਬ ਬੋਰਡ ਦੀ ਕਿਤਾਬ ਦੇ ਵਿੱਚ ਨਹੀਂ ਦਿੱਤਾ ਹੋਇਆ, ਫਿਰ ਵੀ ਅਸੀਂ ਦੇਖ ਲੈਂਦੇ ਹਾਂ। ਇਹ ਕੀ ਹੁੰਦਾ ਹੈ, ਐਜਿਲਿਟੀ ਕੀ ਹੁੰਦੀ ਹੈ, ਐਬਿਲਿਟੀ ਟੂ ਚੇਂਜ ਦ ਡਾਇਰੈਕਸ਼ਨ।
ਤੁਸੀਂ ਕਿੰਨੀ ਤੇਜ਼ੀ ਦੇ ਨਾਲ ਆਪਣੇ ਸਰੀਰ ਦੀ ਦਿਸ਼ਾ ਜਿਹੜੀ ਉਹ ਚੇਂਜ ਕਰ ਸਕਦੇ ਹੋ। ਜਿਹੜੇ ਕਿਵੇਂ ਕਬੱਡੀ ਦੇ ਪਲੇਅਰ ਨੇ ਸੌਖਾ ਸਮਝ ਜਾਣਗੇ, ਜਿਵੇਂ ਅਸੀਂ ਇੱਕ ਵਰਡ ਹੈ ਕਿ ਡੌਜ਼ ਮਾਰਨੀ ਹੈ ਨਾ, ਤੁਸੀਂ ਰੇਡ ਤੇ ਗਏ ਹੋ ਸਰਕਲ ਕਬੱਡੀ ਦੇ ਵਿੱਚ, ਰੇਡ ਦੇ ਵਿੱਚ ਜਦੋਂ ਕੋਈ ਜਿਹੜਾ ਜਾਪੀ ਤੁਹਾਡੇ ਅੱਗੇ ਆਉਂਦਾ ਤਾਂ ਤੁਸੀਂ ਡਾਜ਼ ਮਾਰ ਕੇ ਉਹ ਤੋਂ ਲੰਘਦੇ ਹੋ। ਡਾਜ਼ ਮਾਰਨ ਦਾ ਮਤਲਬ ਕੀ ਹੈ ਕਿ ਤੁਹਾਡੇ 'ਚ ਫੁਰਤੀ ਕਿੰਨੀ ਹੈ ਹਨਾ, ਐਬਿਲਿਟੀ ਟੂ ਚੇਂਜ ਦਾ ਡਾਇਰੈਕਸ਼ਨ। ਤੁਸੀਂ ਸਿੱਧੇ ਜਾਂਦੇ ਜਾਂਦੇ ਕਿੰਨੀ ਜਲਦੀ ਆਪਣੀ ਬੋਡੀ ਦੀ ਡਾਇਰੈਕਸ਼ਨ ਚੇਂਜ ਕਰ ਸਕਦੇ ਹੋ। ਖੋ-ਖੋ ਦੇ ਪਲੇਅਰ ਨੇ ਜਿਹੜੇ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਇਸ ਬਾਰੇ ਕਿ ਕਿੰਨੀ ਤੇਜ਼ੀ ਦੇ ਨਾਲ ਸਾਡੇ ਸਰੀਰ ਦੀ ਡਾਇਰੈਕਸ਼ਨ ਹੈ ਜਿਹੜੀ ਉਹ ਅਸੀਂ ਚੇਂਜ ਕਰ ਸਕਦੇ ਹਾਂ, ਦਿਸ਼ਾ ਚੇਂਜ ਕਰ ਸਕਦੇ ਹਾਂ। ਉਹਨੂੰ ਅਸੀਂ ਕੀ ਕਹਿੰਦੇ ਹਾਂ ਜੀ, ਫੁਰਤੀ। ਇਹਦੀਆਂ ਅੱਗੇ ਫਰਦਰ ਕੋਈ ਕਿਸਮਾਂ ਨੇ ਜਿਹੜੀਆਂ ਉਹ ਨਹੀਂ ਹੁੰਦੀਆਂ। ਕੋਆਰਡੀਨੇਟਿਵ ਐਬਿਲਿਟੀ ਨੂੰ ਪੰਜਾਬੀ 'ਚ ਕਹਿੰਦੇ ਹਾਂ ਜੀ ਅਸੀਂ ਤਾਲਮੇਲ ਯੋਗਤਾ। ਤਾਂ ਤਾਲਮੇਲ ਯੋਗਤਾ ਜਿਹੜੀ ਸਿੰਪਲ ਦੋ ਚੀਜ਼ਾਂ, ਤਾਲ ਪਲੱਸ ਮੇਲ ਹੈ ਨਾ, ਤਾਲਮੇਲ। ਤਾਲਮੇਲ ਬਿਠਾਉਣਾ, ਤਾਲਮੇਲ ਕਿਹਦੇ 'ਚ ਬਿਠਾਉਣਾ ਹੈ, ਸਾਡੇ ਮਾਈਂਡ ਤੇ ਸਾਡੀ ਬੋਡੀ ਦੇ ਵਿੱਚ। ਤਾਲਮੇਲ ਕਾਹਦੇ 'ਚ ਹੈ, ਸਾਡੇ ਬ੍ਰੇਨ, ਯਾਨੀ ਕਿ ਬ੍ਰੇਨ ਦਾ ਮਤਲਬ ਕੀ ਹੈ, ਸਾਡਾ ਦਿਮਾਗ ਪਲੱਸ ਸਾਡੀ ਬੋਡੀ ਯਾਨੀ ਕਿ ਸਾਡਾ ਸਰੀਰ। ਤਾਂ ਸਾਡੇ ਸਰੀਰ ਤੇ ਸਾਡੇ ਦਿਮਾਗ ਦੇ ਵਿੱਚ ਜਦੋਂ ਅਸੀਂ ਤਾਲਮੇਲ ਬਿਠਾਉਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਾਹਦੀ ਗੱਲ ਕਰ ਰਹੇ ਹਾਂ ਜੀ, ਕੋਆਰਡੀਨੇਟਿਵ ਐਬਿਲਿਟੀ ਦੀ ਗੱਲ ਕਰਦੇ ਹਾਂ। ਤੁਸੀਂ ਕੋਈ ਡਾਂਸ ਸਿੱਖਣਾ, ਤੁਸੀਂ ਭੰਗੜਾ ਸਿੱਖਣਾ, ਪਿਆਨੋ ਵਜਾਉਣਾ ਸਿੱਖਣਾ, ਤੁਸੀਂ ਨੇ ਹਾਰਮੋਨੀਅਮ ਵਜਾਉਣਾ ਸਿੱਖਣਾ, ਗਿਟਾਰ ਵਜਾਉਣੀ ਸਿੱਖਣੀ ਹੈ, ਟਾਈਪਿੰਗ ਕਰਨੀ ਹੈ, ਕੋਈ ਵੀ ਕੰਮ ਕਰਨਾ ਵਿਦਆਊਟ ਕੋਆਰਡੀਨੇਸ਼ਨ ਨਹੀਂ ਕਰ ਸਕਦੇ। ਤੁਸੀਂ ਕੈਚ ਪੁੱਛਣਾ ਸਿੱਖਣਾ, ਫੁੱਟਬਾਲ ਦੀ ਕਿੱਕ ਮਾਰਨੀ ਸਿੱਖਣੀ ਹੈ, ਬੈਡਮਿੰਟਨ ਖੇਡਣੀ ਸਿੱਖਣੀ ਹੈ, ਟੈਨਿਸ ਖੇਡਣੀ ਸਿੱਖਣੀ ਹੈ, ਕੋਈ ਵੀ ਕੰਮ ਕਰਨਾ ਸਿੱਖਣਾ ਹੈ, ਤੁਸੀਂ ਨੇ ਘਰੇ ਸਿਲਾਈ ਕਢਾਈ ਉਹ ਸਿੱਖਣੀ ਹੈ, ਕੱਪੜੇ ਸਿਉਣੇ ਸਿੱਖਣੇ ਨੇ, ਤਾਂ ਹਰ ਇੱਕ ਚੀਜ਼ ਦੇ ਲਈ ਕੀ ਲੱਗੇਗਾ ਜੀ, ਕੋਆਰਡੀਨੇਸ਼ਨ। ਬਿਨਾਂ ਤਾਲਮੇਲ ਤੋਂ ਤੁਸੀਂ ਕੋਈ ਵੀ ਚੀਜ਼ ਸਿੱਖ ਨਹੀਂ ਸਕਦੇ। ਤਾਂ ਸਾਡੇ ਸਰੀਰ ਦੀ ਯੋਗਤਾ ਜਿਹਦੇ ਰਾਹੀਂ ਅਸੀਂ ਆਪਣੇ ਮਨ ਅਤੇ ਸਾਡੇ ਸਰੀਰ ਨੂੰ ਕੰਬਾਈਨ ਕਰਦੇ ਹਾਂ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਤਾਲਮੇਲ ਯੋਗਤਾ। ਤਾਂ ਸਾਡੀ ਪੰਜਾਬ ਬੋਰਡ ਦੀ ਕਿਤਾਬ ਹੈ ਜਿਹੜੀ, ਉਹਦੇ ਵਿੱਚ ਇਹਦੀਆਂ ਕਿਸਮਾਂ ਨਹੀਂ ਦਿੱਤੀਆਂ ਹੋਈਆਂ, ਵੈਸੇ ਇਹਦੀਆਂ 7 ਕਿਸਮਾਂ ਨੇ। 7 ਤੋਂ ਜ਼ਿਆਦਾ ਕਿਸਮਾਂ ਵੀ ਤੁਹਾਨੂੰ ਮਿਲ ਜਾਣਗੀਆਂ ਕਿਉਂਕਿ ਸਾਡੀਆਂ ਜਿਹੜੀਆਂ ਐਬਿਲਿਟੀਜ਼ ਹੈਗੀਆਂ ਨੇ ਸਾਡੀ ਬੋਡੀ ਦੀਆਂ ਉਹ ਅਲੱਗ-ਅਲੱਗ ਹੈਗੀਆਂ ਨੇ। ਤਾਂ ਸਾਡੇ ਸਰੀਰ ਦੀਆਂ ਤਾਲਮੇਲ ਯੋਗਤਾਵਾਂ ਨੇ ਜਿਹੜੀਆਂ ਉਹ ਅਲੱਗ-ਅਲੱਗ ਹੈਗੀਆਂ ਨੇ। ਤਾਂ ਹੁਣ ਅਸੀਂ ਇਹਨਾਂ ਸਾਰੀਆਂ ਨੂੰ ਇੱਕ ਇੱਕ ਕਰਕੇ ਪੜ੍ਹਾਂਗੇ ਜੀ। ਤਾਂ ਇਹ ਸਾਡੀ ਕੰਪੋਨੈਂਟਸ ਕਰ ਰਹੇ ਹਾਂ ਜੀ, ਕੰਪੋਨੈਂਟਸ ਆਫ ਫਿਜ਼ੀਕਲ ਫਿਟਨੈਸ। ਕੰਪੋਨੈਂਟਸ ਆਫ ਫਿਜ਼ੀਕਲ ਫਿਟਨੈਸ, ਕੰਪੋਨੈਂਟਸ ਪੰਜਾਬੀ ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਸਰੀਰਕ ਯੋਗਤਾ ਦੇ ਤੱਤ। ਯਾਨੀ ਕਿ ਸਾਡੀ ਸਰੀਰਕ ਯੋਗਤਾ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਮਿਲ ਕੇ ਬਣੀ ਹੋਈ ਹੈ। ਤਾਂ ਜੇਕਰ ਅਸੀਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਜੀ ਤਾਕਤ ਦੀ, ਤਾਕਤ ਦੀ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ ਸੀ ਕਿ ਤਾਕਤ ਹੈ ਜਿਹੜੀ ਉਹ 3 ਕਿਸਮ ਦੀ ਹੁੰਦੀ ਹੈ। ਤਾਂ ਸਾਡੀ PSCB ਦੀ ਕਿਤਾਬ ਹੈ ਜਿਹੜੀ, ਉਹਦੇ ਵਿੱਚ ਤਾਕਤ ਹੈ ਜਿਹੜੀ ਉਹ 3 ਤਰ੍ਹਾਂ ਦੀ ਦਿੱਤੀ ਹੋਈ ਹੈ। ਵੈਸੇ ਜੇਕਰ ਅਸੀਂ ਗੱਲ ਕਰੀਏ ਤਾਕਤ ਦੀ, ਤਾਂ ਤਾਕਤ ਹੈ ਜਿਹੜੀ ਬੇਸਿਕਲੀ ਵੈਸੇ ਪੰਜਾਬ ਬੋਰਡ ਦੇ ਹਿਸਾਬ ਨਾਲ ਜਿਹੜੀ 3 ਤਰ੍ਹਾਂ ਦੀ ਹੈਗੀ ਆ। ਜੇ ਬੇਸਿਕਲੀ ਗੱਲ ਕਰੀਏ ਜਿਹੜੀ ਤਾਕਤ ਹੈ, ਤੁਸੀਂ ਕਈ ਜਗ੍ਹਾ ਤੇ ਲਿਖੀ ਦੇਖੋਗੇ ਤਾਂ ਤੁਹਾਨੂੰ 2 ਤਰ੍ਹਾਂ ਦੀ ਮਿਲੂਗੀ। ਇੱਕ ਹੁੰਦੀ ਹੈ ਸਟੈਟਿਕ ਤੇ ਇੱਕ ਹੁੰਦੀ ਹੈ ਡਾਇਨਾਮਿਕ। ਸਟੈਟਿਕ ਦਾ ਮਤਲਬ ਹੁੰਦਾ ਹੈ ਸਥਿਰ, ਡਾਇਨਾਮਿਕ ਦਾ ਮਤਲਬ ਹੁੰਦਾ ਹੈ ਗਤੀਸ਼ੀਲ। ਇੱਕ ਸਥਿਰ ਤਾਕਤ ਹੁੰਦੀ ਹੈ, ਇੱਕ ਗਤੀਸ਼ੀਲ ਤਾਕਤ ਹੁੰਦੀ ਹੈ। ਹੁਣ ਸਪੋਜ਼ ਕਰੋ ਸਥਿਰ ਤਾਕਤ ਕੀ ਹੈ ਕਿ ਮੈਂ ਕੰਧ ਨੂੰ ਧੱਕਾ ਲਾ ਰਿਹਾ ਹਾਂ, ਤਾਂ ਮੈਂ ਇੱਕ ਜਗ੍ਹਾ ਤੇ ਖੜਾ, ਨਾ ਤਾਂ ਮੇਰੀ ਬਾਂਹ ਹਿੱਲ ਰਹੀ ਹੈ ਨਾ ਹੀ ਕੰਧ ਹਿੱਲ ਰਹੀ ਹੈ, ਤਾਂ ਇਹ ਕੀ ਹੈ, ਸਟੈਟਿਕ ਸਟਰੈਂਥ ਹੈ ਨਾ, ਮੂਵਮੈਂਟ ਨਹੀਂ ਹੋ ਰਹੀ, ਨਾ ਮੇਰੇ 'ਚ ਹੋ ਰਹੀ ਹੈ ਨਾ ਸਾਹਮਣੇ ਵਾਲੀ ਚੀਜ਼ 'ਚ ਹੋ ਰਹੀ ਹੈ। ਗਤੀਸ਼ੀਲ ਡਾਇਨਾਮਿਕ, ਤਾਂ ਜਿਹੜੀਆਂ ਇਹ ਪੰਜਾਬ ਬੋਰਡ ਵਾਲੀਆਂ 3 ਲਿਖੀਆਂ ਨੇ ਜੀ ਉਹ ਡਾਇਨਾਮਿਕ ਦੇ ਅੰਡਰ ਆ ਜਾਂਦੀਆਂ ਨੇ। ਇੱਥੇ ਸਾਡੇ ਕੋਲ ਆ ਜਾਂਦੀ ਹੈ ਜੀ ਮੈਕਸਿਮਮ ਸਟਰੈਂਥ। ਮੈਕਸਿਮਮ ਸਟਰੈਂਥ ਦਾ ਮਤਲਬ ਹੁੰਦਾ ਹੈ ਜੀ ਵੱਧ ਤੋਂ ਵੱਧ ਤਾਕਤ। ਦੂਸਰੀ ਸਾਡੇ ਕੋਲ ਆ ਜਾਂਦੀ ਹੈ ਜੀ ਐਕਸਪਲੋਸਿਵ ਸਟਰੈਂਥ। ਐਕਸਪਲੋਸਿਵ ਸਟਰੈਂਥ ਹੁੰਦੀ ਹੈ ਜੀ ਵਿਸਫੋਟਕ ਤਾਕਤ।
ਤੀਜੀ ਸਾਡੇ ਕੋਲੇ ਆ ਜਾਂਦੀ ਹੈ ਜੀ ਸਟਰੈਂਥ ਇੰਡੋਰੈਂਸ। ਸਟਰੈਂਥ ਇੰਡੋਰੈਂਸ ਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ ਜੀ ਤਾਕਤ ਸਹਿਣ ਸ਼ਕਤੀ। ਤਾਂ ਹੁਣ ਦੇਖੋ ਪੰਜਾਬ ਬੋਰਡ ਦੇ ਹਿਸਾਬ ਨਾਲ ਸਿਰਫ 1 2 ਤੇ 1 3 ਇਹ ਤਿੰਨ ਤਰ੍ਹਾਂ ਦੀ ਤਾਕਤ ਹੁੰਦੀ ਹੈ। ਪਰ ਜੇਕਰ ਅਸੀਂ ਡਿਟੇਲ ਦੇ ਵਿੱਚ ਪੜਾਂਗੇ ਤਾਂ ਤਾਕਤ ਦੋ ਤਰ੍ਹਾਂ ਦੀ ਹੈ, ਸਟੈਟਿਕ ਐਂਡ ਡਾਇਨਾਮਿਕ। ਸਟੈਟਿਕ ਸਥਿਰ ਤਾਕਤ, ਜਿੱਥੇ ਤੁਸੀਂ ਤਾਕਤ ਲਗਾ ਰਹੇ ਹੋ ਪਰ ਤਾਕਤ ਦਾ ਕੋਈ ਰਿਜ਼ਲਟ ਨਹੀਂ ਨਿਕਲ ਰਿਹਾ ਹੈ ਨਾ, ਕੋਈ ਦਿਖ ਨਹੀਂ ਰਿਹਾ ਕਿ ਤੁਸੀਂ ਕੋਈ ਕੰਮ ਕਰ ਵੀ ਰਹੇ ਹੋ ਕਿ ਨਹੀਂ ਕਰ ਰਹੇ। ਦੂਜੇ ਪਾਸੇ ਗਤੀਸ਼ੀਲ, ਜਦੋਂ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਹਾਡੇ ਜਿਹੜੇ ਮਸਲਸ ਨੇ ਉਹਨਾਂ ਦੀ ਲੈਂਥ ਵੱਧ ਰਹੀ ਹੈ ਘਟ ਰਹੀ ਹੈ ਲਗਾਤਾਰ, ਤੇ ਸਾਹਮਣੇ ਕੋਈ ਵਰਕ ਵੀ ਹੋ ਰਿਹਾ। ਤਾਂ ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ। ਮੈਕਸਿਮਮ ਸਟਰੈਂਥ ਮਤਲਬ ਵੱਧ ਤੋਂ ਵੱਧ ਤਾਕਤ, ਤੁਸੀਂ ਇੱਕੋ ਵਾਰ ਦੇ ਵਿੱਚ ਕਿੰਨੀ ਵੱਧ ਤੋਂ ਵੱਧ ਤਾਕਤ ਲਗਾ ਸਕਦੇ ਹੋ, ਉਹਨੂੰ ਅਸੀਂ ਕੀ ਕਹਿੰਦੇ ਹਾਂ ਜੀ ਵੱਧ ਤੋਂ ਵੱਧ ਤਾਕਤ। ਕਿ ਮੈਂ ਇੱਕੋ ਵਾਰ ਦੇ ਵਿੱਚ ਵੱਧ ਤੋਂ ਵੱਧ, ਮੇਰਾ ਸਰੀਰ ਸੀ ਜਿਹੜਾ ਉਹ 120 ਕਿਲੋ ਵਜ਼ਨ ਚੱਕ ਸਕਦਾ ਸੀ, ਤਾਂ ਉਹਨੂੰ ਮੈਂ ਕੀ ਕਹਿੰਦਾ ਵੱਧ ਤੋਂ ਵੱਧ ਤਾਕਤ ਕਹਿੰਦਾ, ਕਿ ਇੱਕ ਵਾਰ ਦੇ ਵਿੱਚ ਮੈਂ ਵੱਧ ਤੋਂ ਵੱਧ ਕਿੰਨਾ ਜ਼ੋਰ ਲਾ ਸਕਦਾ ਸੀ। ਐਕਸਪਲੋਸਿਵ ਸਟਰੈਂਥ ਹੈ ਜਿਹੜੀ, ਇਹ ਦੋ ਚੀਜ਼ਾਂ ਦੀ ਸੁਮੇਲ ਹੁੰਦਾ ਜੀ, ਗਤੀ ਪਲੱਸ ਤਾਕਤ। ਜਦੋਂ ਅਸੀਂ ਤਾਕਤ ਨੂੰ ਗਤੀ ਦੇ ਨਾਲ ਵਰਤਦੇ ਹਾਂ, ਸਪੋਜ਼ ਕਰੋ ਕ੍ਰਿਕਟ ਦੇ ਵਿੱਚ ਦੇਖ ਲਓ ਕਿ ਇੱਕ ਬੋਲਰ ਹੈ ਜਿਹੜਾ ਉਹ ਬਾਲ ਪਾਉਂਦਾ ਹੈ, ਤਾਂ ਬਾਲ ਪਾਉਣ ਦੇ ਲਈ ਜੇਕਰ ਉਹਦੀ ਗਤੀ ਤੇਜ਼ ਕਰਨੀ ਹੈ, ਉਹਨੇ ਬਾਲ ਦੀ ਸਪੀਡ ਵਧਾਉਣੀ ਹੈ, ਤਾਂ ਉਹਦੇ ਕੋਲੇ ਗਤੀ ਵੀ ਚਾਹੀਦੀ ਹੈ ਤੇ ਉਹਨੂੰ ਤਾਕਤ ਵੀ ਚਾਹੀਦੀ ਹੈ, ਬਾਂਹ ਦੇ ਵਿੱਚ ਸਟਰੈਂਥ ਵੀ ਚਾਹੀਦੀ ਹੈ। ਤੁਸੀਂ ਜੈਵਲਿਨ ਸੁੱਟਣੀ ਹੈ, ਜੈਵਲਿਨ ਸੁੱਟਣ ਦੇ ਲਈ ਤਾਕਤ ਵੀ ਚਾਹੀਦੀ ਹੈ, ਸਟਰੈਂਥ ਵੀ ਚਾਹੀਦੀ ਹੈ। ਤੁਸੀਂ ਲੌਂਗ ਜੰਪ ਲਾਉਣਾ ਹੈ, ਲੌਂਗ ਜੰਪ ਲਾਉਣ ਦੇ ਲਈ ਤੁਹਾਡੀਆਂ ਲੈਗਸ ਦੇ ਵਿੱਚ ਐਕਸਪਲੋਸਿਵ ਪਾਵਰ ਦਾ ਹੋਣਾ ਵੀ ਜ਼ਰੂਰੀ ਹੈ, ਐਸ ਵੈਲ ਐਸ ਤੁਹਾਡੀ ਜਿਹੜੀ ਸਪੀਡ ਹੈ, ਤੁਸੀਂ ਭੱਜ ਕੇ ਆਉਣੇ ਹੋ, ਸਪੀਡ ਵੀ ਤੁਹਾਡੇ 'ਚ ਹੋਣੀ ਜ਼ਰੂਰੀ ਹੈ। ਤਾਂ ਜਿੱਥੇ ਗਤੀ ਤੇ ਤਾਕਤ ਦੋਨੇ ਇਕੱਠੀਆਂ ਵਰਤੀਆਂ ਜਾਂਦੀਆਂ ਨੇ, ਉਹਨੂੰ ਅਸੀਂ ਕੀ ਕਹਿੰਦੇ ਹਾਂ ਐਕਸਪਲੋਸਿਵ ਸਟਰੈਂਥ, ਯਾਨੀ ਕਿ ਵਿਸਫੋਟਿਕ ਤਾਕਤ। ਕਿ ਜਿਵੇਂ ਇੱਕਦਮ ਵਿਸਫੋਟ ਹੁੰਦਾ ਲਗਾਤਾਰ, ਉਨੀ ਗਤੀ ਨਾਲ ਹੀ ਐਟਮਸ ਦੂਰ ਜਾਂਦੇ ਨੇ, ਉਨੀ ਤਾਕਤ ਨਾਲ ਦੂਰ ਜਾਂਦੇ ਨੇ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ ਵਿਸਫੋਟ। ਤਾਂ ਐਕਸਪਲੋਸਿਵ ਸਟਰੈਂਥ ਵੀ ਉਹਨੂੰ ਕਹਿੰਦੇ ਹਾਂ ਜਦੋਂ ਕੰਮ ਅਸੀਂ ਕੋਈ ਕਰਦੇ ਹਾਂ ਸੇਮ ਗਤੀ ਦੇ ਨਾਲ ਤੇ ਸੇਮ ਤਾਕਤ ਦੇ ਨਾਲ। ਤੀਸਰਾ ਸਾਡੇ ਕੋਲ ਹੈਗਾ ਜੀ ਸਟਰੈਂਥ ਇੰਡੋਰੈਂਸ, ਤਾਕਤ ਸਹਿਣ ਸ਼ਕਤੀ। ਜਦੋਂ ਤੁਸੀਂ ਤਾਕਤ ਨੂੰ ਲੰਬੇ ਸਮੇਂ ਲਈ ਲਗਾ ਕੇ ਰੱਖਣਾ ਹੋਵੇ, ਜਿਵੇਂ ਅਸੀਂ ਸਕੂਲ ਦੇ ਵਿੱਚ 6-6 ਘੰਟੇ ਬੈਠੇ ਰਹਿੰਦੇ ਹਾਂ, ਤਾਂ ਤੁਸੀਂ ਲਗਾਤਾਰ ਲਾ ਲਓ ਕਿ 6-6 ਘੰਟੇ ਬੈਠ ਕੇ ਲੈਕਚਰ ਸੁਣਦੇ ਹੋ, ਤਾਂ 6 ਘੰਟੇ ਬੈਠਣ ਦੇ ਲਈ ਤੁਹਾਨੂੰ ਕੀ ਚਾਹੀਦੀ ਹੈ ਤਾਕਤ। ਤਾਕਤ ਕਿਸ ਤਰ੍ਹਾਂ ਦੀ ਚਾਹੀਦੀ ਹੈ, ਸਹਿਣ ਸ਼ਕਤੀ ਵਾਲੀ, ਹੈ ਨਾ, ਕਿ ਤੁਸੀਂ ਇੰਨੇ ਘੰਟੇ ਤਾਕਤ ਹੈ ਜਿਹੜੀ ਇੱਕਦਮ ਬਹੁਤੀ ਜ਼ਿਆਦਾ ਨਹੀਂ ਲਗਾਉਣੀ, ਥੋੜੀ ਥੋੜੀ ਤਾਕਤ ਲੱਗ ਰਹੀ ਹੈ ਪਰ ਲੱਗ ਬਹੁਤ ਜ਼ਿਆਦਾ ਲੰਬੇ ਸਮੇਂ ਦੇ ਲਈ ਰਹੀ ਹੈ। ਇਸ ਤਰ੍ਹਾਂ ਦੀ ਤਾਕਤ ਨੂੰ ਅਸੀਂ ਕੀ ਕਹਿੰਦੇ ਹਾਂ ਤਾਕਤ ਸਹਿਣ ਸ਼ਕਤੀ। ਤਾਂ ਇਹ ਤਿੰਨ ਤਰ੍ਹਾਂ ਦੀ ਤਾਕਤ ਹੁੰਦੀ ਹੈ ਜੀ ਪੰਜਾਬ ਬੋਰਡ ਦੇ ਹਿਸਾਬ ਨਾਲ। ਮੈਕਸਿਮਮ ਸਟਰੈਂਥ, ਐਕਸਪਲੋਸਿਵ ਸਟਰੈਂਥ ਤੇ ਸਟਰੈਂਥ ਇੰਡੋਰੈਂਸ ਪਲੱਸ ਸਟੈਟਿਕ ਤੇ ਡਾਇਨਾਮਿਕਸ ਨੇ ਜਿਹੜੀਆਂ ਇਹਦੀਆਂ ਮੇਨ ਦੋ ਟਾਈਪਸ ਨੇ, ਉਹਦੀਆਂ ਅੱਗੇ ਸਬ ਟਾਈਪਸ ਇਹ ਤਿੰਨ ਨੇ। ਅਗਲਾ ਸਾਡੇ ਕੋਲ ਆ ਗਿਆ ਜੀ ਗਤੀ। ਅਗਲਾ ਸਾਡੇ ਕੋਲ ਆ ਗਿਆ ਜੀ ਗਤੀ, ਜਿਹਨੂੰ ਅਸੀਂ ਸਪੀਡ ਵੀ ਕਹਿ ਦਿੰਦੇ ਹਾਂ। ਤਾਂ ਇਹਦੀਆਂ ਸਾਡੇ ਕੋਲ ਹੈਗੀਆਂ ਜੀ 5 ਕਿਸਮਾਂ। 5 ਕਿਹੜੀਆਂ ਨੇ? ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਜੀ ਰਿਐਕਸ਼ਨ ਸਪੀਡ। ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੀ ਹੈ ਰਿਐਕਸ਼ਨ ਸਪੀਡ, ਜਿਹਨੂੰ ਅਸੀਂ ਪ੍ਰਤੀ ਕਿਰਿਆ ਸਮਾਂ ਕਹਿ ਦਿੰਦੇ ਹਾਂ। ਦੂਸਰੀ ਸਾਡੇ ਕੋਲ ਆ ਜਾਂਦੀ ਹੈ ਜੀ ਮੂਵਮੈਂਟ ਸਪੀਡ, ਜਿਹਨੂੰ ਅਸੀਂ ਸੰਚਾਲਨ ਵੇਗ ਕਹਿ ਦਿੰਦੇ ਹਾਂ। ਤੀਸਰੇ ਸਾਡੇ ਕੋਲ ਆ ਜਾਂਦਾ ਹੈ ਜੀ ਐਕਸਲਰੇਸ਼ਨ, ਜਿਹਨੂੰ ਅਸੀਂ ਗਤੀ ਯੋਗਤਾ ਕਹਿ ਦਿੰਦੇ ਹਾਂ। ਚੌਥਾ ਸਾਡੇ ਕੋਲ ਆ ਜਾਂਦਾ ਹੈ ਜੀ ਲੋਕੋਮੋਸ਼ਨ, ਜਿਹਨੂੰ ਅਸੀਂ ਇੰਜਨ ਯੋਗਤਾ ਕਹਿ ਦਿੰਦੇ ਹਾਂ। ਤੇ ਪੰਜਵਾਂ ਸਾਡੇ ਕੋਲ ਆ ਜਾਂਦਾ ਹੈ ਜੀ ਸਪੀਡ ਇੰਡੋਰੈਂਸ, ਜਿਹਨੂੰ ਅਸੀਂ ਗਤੀ ਸਹਿਣ ਸ਼ਕਤੀ ਕਹਿ ਦਿੰਦੇ ਹਾਂ।
ਤਾਂ ਇਹ 5 ਤਰ੍ਹਾਂ ਦੀ ਸਪੀਡ ਹੈਗੀ ਹੈ ਜੀ, ਨੰਬਰ 1, ਨੰਬਰ 2, ਨੰਬਰ 3, ਨੰਬਰ 4 ਤੇ ਨੰਬਰ 5। ਤਾਂ 5 ਤਰ੍ਹਾਂ ਦੀ ਜਿਹੜੀ ਸਪੀਡ ਹੁੰਦੀ ਹੈ ਜੀ, ਪਹਿਲੀ ਹੈਗੀ ਹੈ ਰਿਐਕਸ਼ਨ ਸਪੀਡ, ਦੂਸਰੀ ਹੈਗੀ ਹੈ ਮੂਵਮੈਂਟ ਸਪੀਡ, ਤੀਸਰੀ ਹੈਗੀ ਹੈ ਐਕਸਲਰੇਸ਼ਨ, ਚੌਥੀ ਹੈਗੀ ਹੈ ਲੋਕੋਮੋਸ਼ਨ, ਪੰਜਵੀਂ ਹੈਗੀ ਹੈ ਐਂਡੋਰੈਂਸ। ਹੁਣ ਸਭ ਤੋਂ ਪਹਿਲਾਂ ਹੈਗੀ ਹੈ ਜੀ ਰਿਐਕਸ਼ਨ ਸਪੀਡ। ਰਿਐਕਸ਼ਨ ਸਪੀਡ ਹੈ ਜਿਹੜੀ ਬੇਸਿਕਲੀ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਆਸਪੈਕਟ ਹੈਗਾ ਜੇਕਰ ਅਸੀਂ ਸਪ੍ਰਿੰਟਸ ਦੀ ਗੱਲ ਕਰੀਏ, ਸਪੋਰਟਸ ਦੀ ਗੱਲ ਕਰੀਏ। ਹੁਣ ਸਪੋਜ਼ ਕਰੋ ਰਿਐਕਸ਼ਨ ਸਪੀਡ, ਜਿਹਨੂੰ ਅਸੀਂ ਰਿਐਕਸ਼ਨ ਟਾਈਮ ਵੀ ਕਹਿ ਦਿੰਦੇ ਆ, ਇਹਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਤੁਹਾਨੂੰ ਕੋਈ ਵੀ ਸਟਿਮੂਲਸ ਦਿੱਤਾ ਜਾਂਦਾ ਹੈ, ਜਦੋਂ ਤੁਹਾਨੂੰ ਕੋਈ ਵੀ ਉਤੇਜਨਾ ਦਿੱਤੀ ਜਾਂਦੀ ਹੈ, ਜਦੋਂ ਤੁਹਾਨੂੰ ਕੋਈ ਵੀ ਮੈਸੇਜ ਦਿੱਤਾ ਜਾਂਦਾ ਹੈ, ਤਾਂ ਉਹ ਮੈਸੇਜ ਤੁਹਾਡੇ ਤੱਕ ਪਹੁੰਚਣ ਦੇ ਵਿੱਚ ਤੇ ਉਸ ਮੈਸੇਜ ਦੇ ਉੱਪਰ ਤੁਹਾਡਾ ਰਿਐਕਸ਼ਨ ਹੈ ਜਿਹੜਾ, ਤੁਸੀਂ ਕੀ ਐਕਟ ਕਰਦੇ ਹੋ ਉਹਦੇ ਉੱਪਰ, ਤਾਂ ਦੋਨਾਂ ਦੇ ਵਿਚਕਾਰ ਦਾ ਜਿਹੜਾ ਸਮਾਂ ਹੁੰਦਾ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ, ਰਿਐਕਸ਼ਨ ਸਪੀਡ। ਜਿਵੇਂ ਹੁਣ ਮੈਂ ਤੁਹਾਨੂੰ ਕਮਾਂਡ ਦੇਵਾਂ ਕਿ ਸਟੈਂਡ ਅਪ, ਤਾਂ ਮੈਂ ਸਟੈਂਡ ਅਪ ਜਦੋਂ ਸ਼ਬਦ ਖਤਮ ਕੀਤਾ ਤਾਂ ਤੁਸੀਂ ਉਸ ਤੋਂ ਬਾਅਦ ਖੜੇ ਹੋਣ ਦੇ ਵਿੱਚ ਕਿੰਨਾ ਸਮਾਂ ਲਿਆ, ਯਾਨੀ ਕਿ ਖੜਾ ਹੋਣਾ ਸ਼ੁਰੂ ਕਰਨ ਦੇ ਵਿੱਚ ਕਿੰਨਾ ਸਮਾਂ ਲਿਆ, ਉਹਨੂੰ ਅਸੀਂ ਕੀ ਕਵਾਂਗੇ, ਰਿਐਕਸ਼ਨ ਟਾਈਮ, ਤੇ ਪੰਜਾਬੀ 'ਚ ਇਹਨੂੰ ਕੀ ਕਵਾਂਗੇ ਅਸੀਂ, ਪ੍ਰਤੀਕਿਰਿਆ ਸਮਾਂ। ਇਹਨੂੰ ਅਸੀਂ 100 ਮੀਟਰ ਦੀ ਦੌੜ ਦੇ ਨਾਲ ਸਮਝ ਲੈਂਦੇ ਹਾਂ। ਸਪੋਜ਼ ਕਰੋ ਕਿ ਇੱਕ ਐਥਲੀਟ ਹੈ, ਇੱਥੇ ਖੜਾ ਜੀ, ਹੈ ਨਾ, ਇੱਕ ਐਥਲੀਟ ਹੈ, ਉਹ ਇੱਥੇ ਖੜਾ ਹੈ ਤੇ ਉਹਨੇ ਕੀ ਕਰਨਾ ਜੀ, ਇੱਥੋਂ ਭੱਜਣਾ ਸਟਾਰਟ ਕਰਨਾ। ਹੁਣ ਇੱਥੇ ਐਥਲੀਟ ਹੈ ਜਿਹੜਾ 100 ਮੀਟਰ ਦੇ ਵਿੱਚ ਸਟਾਰਟ ਲਊਗਾ, ਉਹ ਬੈਠ ਕੇ ਲਊਗਾ, ਤਾਂ ਜਦੋਂ ਉਹਨੂੰ ਕਲੈਪਰ ਵੱਜੂਗਾ ਜਾਂ ਜਦੋਂ ਗਨ ਫਾਇਰ ਹੋਊਗੀ ਤਾਂ ਉਹਦੇ ਤੱਕ ਆਵਾਜ਼ ਹੈ ਜਿਹੜੀ ਕੰਨਾਂ ਤੱਕ ਪਹੁੰਚੂਗੀ। ਤਾਂ ਆਵਾਜ਼ ਕੰਨਾਂ ਤੱਕ ਪਹੁੰਚਣ ਤੇ ਜਦੋਂ ਉਹ ਖੜਾ ਹੋਣਾ ਸ਼ੁਰੂ ਕਰੂਗਾ, ਉਹਨਾਂ ਦੇ ਵਿਚਕਾਰ ਦਾ ਟਾਈਮ ਕੀ ਹੈ, ਜਦੋਂ ਗਨ ਦਾ ਸ਼ਾਟ ਹੋਇਆ, ਸ਼ਾਟ ਹੋਣ ਤੋਂ ਲੈ ਕੇ ਜਦੋਂ ਉਹਨੇ ਖੜਾ ਹੋਣਾ ਸ਼ੁਰੂ ਕਰਨਾ, ਜਦੋਂ ਅਸੀਂ ਕਲੈਪ ਵਜਾ ਕੇ ਹਟਾਂਗੇ, ਜਦੋਂ ਖੜਾ ਹੋਣਾ ਸ਼ੁਰੂ ਕਰੂਗਾ, ਤਾਂ ਦੋਨਾਂ ਦੇ ਵਿੱਚ ਦਾ ਜਿਹੜਾ ਸਮਾਂ ਹੋਊਗਾ, ਹਾਲਾਂਕਿ ਸਮਾਂ ਜਿਹੜਾ ਬਹੁਤ ਘੱਟ ਹੋਊਗਾ, 1 ਸੈਕਿੰਡ ਤੋਂ ਵੀ ਘੱਟ ਦਾ ਸਮਾਂ ਹੋਊਗਾ, ਇਹਨੂੰ ਅਸੀਂ ਮਾਈਕਰੋ ਸੈਕਿੰਡ ਜਾਂ ਨੈਨੋ ਸੈਕਿੰਡ ਦੇ ਵਿੱਚ ਮੇਜ਼ਰ ਕਰਾਂਗੇ। ਅਪਰੋਕਸੀਮੇਟਲੀ 0.10 ਤੋਂ ਲੈ ਕੇ 0.20 ਸੈਕਿੰਡਸ ਤੱਕ ਜਿਹੜਾ ਇਹ ਸਮਾਂ ਆਉਂਦਾ। ਤਾਂ ਇਹ ਕੀ ਹੈ, ਸਾਡੀ ਰਿਐਕਸ਼ਨ ਸਪੀਡ। ਸਪੋਜ਼ ਕਰੋ ਕਿ ਇਹ ਪੈਨ ਹੈ, ਇਹਦਾ ਰਿਐਕਸ਼ਨ ਟਾਈਮ ਦਾ ਇੱਕ ਜਿਹੜਾ ਸਟਿਕ ਹੋਲਡਿੰਗ ਟੈਸਟ ਵੀ ਹੁੰਦਾ, ਇਹ ਪੈਨ ਹੈ, ਮੈਂ ਇਹਨੂੰ ਫੜ ਕੇ ਛੱਡ ਕੇ ਦੁਬਾਰਾ ਫੜਨਾ, ਤਾਂ ਇਹਨੂੰ ਮੈਂ ਛੱਡਣਾ ਤੇ ਦੁਬਾਰਾ ਫੜਨਾ, ਇਹਦੇ ਵਿਚਕਾਰ ਕਿੰਨਾ ਸਮਾਂ ਲਿਆ, ਇਹਨੂੰ ਮੈਂ ਕੀ ਕਹੂੰਗਾ ਕਿ ਮੇਰੀ ਰਿਐਕਸ਼ਨ ਸਪੀਡ ਕਿੰਨੀ ਹੈ ਨਾ। ਇਹਨੂੰ ਮੈਂ ਛੱਡੂੰਗਾ, ਦੁਬਾਰੇ ਫੜਨ 'ਚ ਕੁਝ ਸਮਾਂ ਲੱਗੂਗਾ, ਤਾਂ ਬਸ ਇਹੀ ਸਮਾਂ ਮੇਜ਼ਰ ਕਰਨਾ ਕਿ ਦੁਬਾਰਾ ਫੜਨ ਦੇ ਵਿੱਚ ਸਮਾਂ ਕਿੰਨਾ ਲੱਗਿਆ। ਤਾਂ ਇਹ ਸਾਡੀ ਕੀ ਹੈ, ਪ੍ਰਤੀਕਿਰਿਆ ਸਮਾਂ। ਹੁਣ ਦੂਸਰੀ ਸਾਡੇ ਕੋਲ ਆ ਜਾਂਦੀ ਹੈ ਜੀ ਮੂਵਮੈਂਟ ਸਪੀਡ ਜਾਂ ਸੰਚਾਲਨ ਵੇਗ। ਸੰਚਾਲਨ ਵੇਗ ਦਾ ਅਰਥ ਹੁੰਦਾ ਹੈ ਕਿ ਜਦੋਂ ਤੁਸੀਂ ਭੱਜਣਾ ਸ਼ੁਰੂ ਕਰਦੇ ਹੋ ਜਾਂ ਕੋਈ ਵੀ ਕੰਮ ਕਰਨਾ ਸ਼ੁਰੂ ਕਰਦੇ ਹੋ, ਤਾਂ ਉਹ ਕੰਮ ਸ਼ੁਰੂ ਕਰਨ ਦੇ ਸਮੇਂ ਜਿਹੜਾ ਸਭ ਤੋਂ ਪਹਿਲੀ ਹਰਕਤ ਕਰਦੇ ਹੋ, ਸਭ ਤੋਂ ਪਹਿਲੀ ਮੂਵਮੈਂਟ ਕਰਦੇ ਹੋ, ਉਹ ਤੁਸੀਂ ਕਿੰਨੀ ਤੇਜ਼ੀ ਦੇ ਨਾਲ ਕਰਦੇ ਹੋ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਸੰਚਾਲਨ ਵੇਗ। ਯਾਨੀ ਕਿ ਦੂਸਰੇ ਨੰਬਰ ਤੇ ਸਾਡੇ ਕੋਲ ਕੀ ਆਊਗਾ ਜੀ, ਸੰਚਾਲਨ ਵੇਗ। ਉਸ ਤੋਂ ਬਾਅਦ ਤੁਸੀਂ ਖੜੇ ਹੋ ਕੇ ਭੱਜਣਾ ਸ਼ੁਰੂ ਕਰ ਲਓਗੇ। ਹੁਣ ਇੱਥੇ ਅਸੀਂ ਇੱਕ ਐਗਜ਼ਾਮਪਲ ਲਵਾਂਗੇ, ਤੁਸੀਂ ਮੋਟਰਸਾਈਕਲ ਦੀ ਐਗਜ਼ਾਮਪਲ ਲੈ ਸਕਦੇ ਹੋ, ਸਕੂਟਰੀ ਦੀ ਐਗਜ਼ਾਮਪਲ ਲੈ ਸਕਦੇ ਹੋ। ਤਾਂ ਜਦੋਂ ਅਸੀਂ ਇੱਥੇ ਬੈਠੇ ਹੋਵਾਂਗੇ ਤਾਂ ਸਾਡੀ ਜਿਹੜੀ ਸਪੀਡ ਹੈ ਬਿਲਕੁਲ ਜ਼ੀਰੋ ਦੀ ਹੋਊਗੀ। ਤੁਸੀਂ ਮੋਟਰਸਾਈਕਲ ਤੁਹਾਡਾ ਜਿਹੜਾ ਜਾਂ ਸਕੂਟਰੀ ਆ ਉਹ ਘਰੇ ਖੜਾ ਰੱਖੀ ਹੈ, ਸਟਾਰਟ ਕਰ ਰੱਖੀ ਹੈ, ਤਾਂ ਉਹਦੀ ਰੇਸ ਹੈ ਜਿਹੜੀ ਉਹ ਕੀ ਹੈ, ਜ਼ੀਰੋ ਹੈ। ਹੁਣ ਜਿਵੇਂ ਜਿਵੇਂ ਤੁਸੀਂ ਉਹਦਾ ਐਕਸਲੇਟਰ ਦੱਬੋਗੇ, ਐਕਸਲੇਟਰ ਕੀ ਹੈ, ਜਿਹੜੀ ਸਾਡੀ ਤੀਜੀ ਸਪੀਡ ਐਕਸਲਰੇਸ਼ਨ, ਜਿਹਨੂੰ ਅਸੀਂ ਰੇਸ ਕਹਿ ਦਿੰਦੇ ਆ, ਤਾਂ ਜਿਵੇਂ ਜਿਵੇਂ ਰੇਸ ਘੁਮਾਈ ਜਾਓਗੇ ਉਹਦੀ ਸਪੀਡ ਕੀ ਹੋਈ ਜਾਏਗੀ ਜੀ, ਅਪ ਹੋਈ ਜਾਏਗੀ। ਤਾਂ ਜ਼ੀਰੋ ਤੋਂ ਲੈ ਕੇ ਮੰਨ ਲਓ ਤੁਹਾਡੀ ਸਕੂਟਰੀ ਦੀ ਜਿਹੜੀ ਹਾਈਐਸਟ ਸਪੀਡ ਹੈਗੀ ਹੈ ਜੀ ਉਹ ਹੈਗੀ ਹੈ 100, ਹੈ ਨਾ। ਤਾਂ ਜ਼ੀਰੋ ਤੋਂ ਲੈ ਕੇ ਮੰਨ ਲਓ ਤੁਸੀਂ ਫੁੱਲ ਸਪੀਡ ਰੇਸ ਹੈ ਜਿਹੜੀ ਉਹ ਦੇਤੀ, ਤੇ ਇੱਥੇ ਕਿਤੇ ਆ ਕੇ ਜਿਹੜੀ 100 ਤੇ ਤੁਸੀਂ ਪਹੁੰਚ ਗਏ। ਇਸੇ ਤਰੀਕੇ ਨਾਲ ਤੁਸੀਂ ਇੱਥੋਂ ਭੱਜਣਾ ਸ਼ੁਰੂ ਕੀਤਾ, ਤੁਹਾਡੀ ਫੁੱਲ ਸਪੀਡ ਤੁਸੀਂ ਕਿੱਥੇ ਤੱਕ ਆ ਕੇ ਅਚੀਵ ਕਰ ਲਈ। ਇਹ ਤਾਂ ਹੈ ਨਹੀਂ ਕਿ ਅਸੀਂ ਇੱਕਦਮ ਹੀ ਹੈ ਨਾ 100 ਤੇ ਸਿੱਧੇ ਵਗ ਜਾਵਾਂਗੇ, ਤਾਂ ਥੋੜਾ ਸਮਾਂ ਲੱਗੂਗਾ ਸਾਨੂੰ 100 ਤੱਕ ਪਹੁੰਚਣ ਦੇ ਲਈ। ਤਾਂ ਜਿਹੜਾ ਇਹ ਸਮਾਂ ਤੁਸੀਂ 100 ਤੱਕ ਪਹੁੰਚਣ ਦੇ ਲਈ ਲਿਆ, ਇਹਨੂੰ ਅਸੀਂ ਕੀ ਬੋਲਾਂਗੇ, ਐਕਸਲਰੇਸ਼ਨ। ਇਹਨੂੰ ਅਸੀਂ ਕੀ ਬੋਲਾਂਗੇ, ਐਕਸਲਰੇਸ਼ਨ, ਜਾਂ ਪੰਜਾਬੀ 'ਚ ਇਹਨੂੰ ਅਸੀਂ ਕੀ ਕਵਾਂਗੇ, ਗਤੀ ਯੋਗਤਾ। ਤਾਂ ਤੁਸੀਂ ਆਪਣੀ ਪੂਰੀ ਸਪੀਡ, ਪੂਰੀ ਗਤੀ ਨੂੰ ਅਚੀਵ ਕਰਨ ਦੇ ਵਿੱਚ, ਪੂਰੀ ਗਤੀ ਨੂੰ ਪ੍ਰਾਪਤ ਕਰਨ ਦੇ ਵਿੱਚ ਕਿੰਨਾ ਸਮਾਂ ਲਿਆ, ਉਹਨੂੰ ਅਸੀਂ ਕੀ ਕਹਿੰਦੇ ਹਾਂ ਜੀ, ਉਹਨੂੰ ਅਸੀਂ ਕਹਿੰਦੇ ਹਾਂ ਗਤੀ ਯੋਗਤਾ। ਤੁਹਾਡੇ ਸਰੀਰ ਦੀ ਉਹ ਸਮਰੱਥਾ ਜਿਸ ਦੇ ਰਾਹੀਂ ਤੁਸੀਂ ਆਪਣੀ ਪੂਰੀ ਫੁੱਲ ਸਪੀਡ ਹੈ ਜਿਹੜੀ, ਪੂਰੀ ਫੁੱਲ ਗਤੀ ਹੈ, ਉਹਨੂੰ ਪ੍ਰਾਪਤ ਕਰਦੇ ਹੋ, ਉਹਨੂੰ ਅਸੀਂ ਕਹਿੰਦੇ ਹਾਂ ਗਤੀ ਯੋਗਤਾ। ਅਗਲੀ ਸਾਡੇ ਕੋਲ ਆ ਜਾਂਦੀ ਹੈ ਜੀ ਇੰਜਣ ਯੋਗਤਾ। ਇੰਜਣ ਯੋਗਤਾ ਕੀ ਹੈ ਕਿ ਮੰਨ ਲਓ ਮੈਂ 100 ਤੇ ਆਪਣੇ ਮੋਟਰਸਾਈਕਲ ਨੂੰ ਲੈ ਗਿਆ, ਸਕੂਟਰੀ ਨੂੰ ਲੈ ਗਿਆ, ਤਾਂ ਕਿੰਨੀ ਦੇਰ ਤੱਕ ਮੈਂ ਉਹਨੂੰ 100 ਦੇ ਉੱਪਰ ਮੇਨਟੇਨ ਕਰਕੇ ਰੱਖਣਾ,
ਇੰਜਣ ਯੋਗਤਾ ਕੀ ਹੈ ਕਿ ਉਹਨੂੰ ਕਿੰਨੀ ਦੇਰ ਮੈਂ 100 ਦੇ ਉੱਪਰ ਮੇਨਟੇਨ ਕਰਕੇ ਰੱਖਦਾ। ਇਸੇ ਤਰੀਕੇ ਦੇ ਨਾਲ ਇੱਕ ਐਥਲੀਟ ਭੱਜ ਰਿਹਾ ਤਾਂ ਉਹ ਸਾਰੀ ਰੇਸ ਇੱਕੋ ਸੇਮ ਸਪੀਡ ਦੇ ਨਾਲ ਨਹੀਂ ਭੱਜ ਸਕਦਾ। ਉਹ 0 ਤੋਂ ਸ਼ੁਰੂ ਹੋਊਗਾ, ਹੌਲੀ ਹੌਲੀ ਫੁੱਲ ਸਪੀਡ ਫੜੂਗਾ, ਫੁੱਲ ਸਪੀਡ ਕਰਨ ਤੋਂ ਬਾਅਦ ਉਹਨੂੰ ਥੋੜੀ ਦੇਰ ਤੱਕ ਉਹ ਮੇਨਟੇਨ ਕਰੂਗਾ, ਤਾਂ ਉਸ ਤੋਂ ਬਾਅਦ ਇੱਥੇ ਜਾ ਕੇ ਉਹ ਬਿਲਕੁਲ ਥੱਕ ਜਾਏਗਾ। ਇੱਥੋਂ ਰੇਸ ਹੈ ਜਿਹੜੀ ਉਹਦੀ ਘਟਣੀ ਸ਼ੁਰੂ ਹੋ ਜਾਏਗੀ, ਤੋਂ ਉਹ ਡਾਊਨ ਜਾਣਾ ਸ਼ੁਰੂ ਹੋ ਜਾਏਗਾ। ਤਾਂ ਲਾਸਟ ਦੇ ਉੱਪਰ ਫਿਰ ਵੀ ਉਹ ਕੋਸ਼ਿਸ਼ ਕਰੇਗਾ ਕਿ ਜਿੰਨੀ ਸਪੀਡ ਦੇ ਨਾਲ ਰੇਸ ਹੈ ਜਿਹੜੀ ਉਹ ਖਤਮ ਕਰ ਸਕੇ। ਇਹਨੂੰ ਅਸੀਂ ਕੀ ਕਹਿੰਦੇ ਹਾਂ, ਜਿਹੜੀ ਉਹ ਲਾਸਟ ਵਰਤਦਾ ਗਤੀ ਸਹਿਣ ਸ਼ਕਤੀ। ਉਹ ਗਤੀ ਦੀ ਉਹ ਸਮਰੱਥਾ ਸਾਡੀ ਜਿਹਨੂੰ ਅਸੀਂ ਥੱਕਣ ਤੋਂ ਬਾਅਦ ਵੀ ਯੂਜ਼ ਕਰਦੇ ਹਾਂ ਨਾ, ਥੱਕੇ ਹੋਣ ਤੋਂ ਬਾਅਦ ਵੀ ਅਸੀਂ ਆਪਣੀ ਸਪੀਡ ਨੂੰ ਇਨਕਰੀਜ਼ ਕਰਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਗਤੀ ਸਹਿਣ ਸ਼ਕਤੀ। ਤਾਂ ਸਾਡੀ ਜਿਹੜੀ ਸਪੀਡ ਹੈ ਜੀ, ਸਪੀਡ ਅਸੀਂ ਪਹਿਲੇ ਪੜ੍ਹ ਲਿਆ, ਦੂਰੀ ਬਟਾ ਸਮਾਂ, ਡਿਸਟੈਂਸ ਬਟੇ ਟਾਈਮ ਨੂੰ ਅਸੀਂ ਸਪੀਡ ਕਹਿੰਦੇ ਹਾਂ। ਯਾਨੀ ਕਿ ਅਸੀਂ ਕਿੰਨੀ ਤੇਜ਼ੀ ਦੇ ਨਾਲ ਕੋਈ ਵੀ ਹਰਕਤ, ਕੋਈ ਵੀ ਮੂਵਮੈਂਟ ਕਰ ਸਕਦੇ ਹਾਂ, ਉਹਨੂੰ ਅਸੀਂ ਸਪੀਡ ਕਹਿੰਦੇ ਹਾਂ। ਸਪੀਡ ਹੈ ਜਿਹੜੀ ਉਹ 5 ਤਰ੍ਹਾਂ ਦੀ ਹੁੰਦੀ ਹੈ ਜੀ, ਰਿਐਕਸ਼ਨ ਸਪੀਡ, ਮੂਵਮੈਂਟ ਸਪੀਡ, ਐਕਸਲਰੇਸ਼ਨ, ਲੋਕੋਮੋਸ਼ਨ ਐਂਡ ਸਪੀਡ ਐਂਡੋਰੈਂਸ। ਪੰਜਾਬੀ 'ਚ ਕੀ ਕਹਿੰਦੇ ਆ ਜੀ, ਪ੍ਰਤੀਕਿਰਿਆ ਸਮਾਂ, ਸੰਚਾਲਨ ਵੇਗ, ਗਤੀ ਯੋਗਤਾ, ਇੰਜਣ ਯੋਗਤਾ ਤੇ ਗਤੀ ਸਹਿਣ ਸ਼ਕਤੀ। ਪ੍ਰਤੀਕਿਰਿਆ ਸਮਾਂ ਕਿ ਤੁਸੀਂ ਉਤੇਜਨਾ ਅਤੇ ਰਿਐਕਟ ਕਰਨ ਦੇ ਵਿੱਚ ਟਾਈਮ ਕਿੰਨਾ ਲਿਆ। ਸੰਚਾਲਨ ਵੇਗ, ਸਭ ਤੋਂ ਪਹਿਲੀ ਹਰਕਤ ਕਿੰਨੀ ਤੇਜ਼ੀ ਦੇ ਨਾਲ ਕੀਤੀ। ਐਕਸਲਰੇਸ਼ਨ, ਆਪਣੀ ਪੂਰੀ ਫੁੱਲ ਸਪੀਡ ਅਚੀਵ ਕਰਨ ਦੇ ਵਿੱਚ, ਪ੍ਰਾਪਤ ਕਰਨ ਦੇ ਵਿੱਚ ਕਿੰਨਾ ਸਮਾਂ ਲਿਆ। ਪੂਰੀ ਫੁੱਲ ਸਪੀਡ ਨੂੰ ਤੁਸੀਂ ਕਿੰਨੇ ਸਮੇਂ ਤੱਕ ਮੇਨਟੇਨ ਕਰਕੇ ਰੱਖਿਆ। ਉਸ ਤੋਂ ਬਾਅਦ ਜਦੋਂ ਤੁਸੀਂ ਥੱਕ ਗਏ ਸੀ ਫਿਰ ਵੀ ਤੁਸੀਂ ਸਪੀਡ ਨੂੰ ਕਿੰਨਾ ਘੱਟ ਤੋਂ ਘੱਟ ਘਟਣ ਦਿੱਤਾ। ਜਿਵੇਂ ਸਾਡੇ ਸਕੂਟਰ ਸੀ ਜਿਹੜਾ ਉਹ 100 ਤੇ ਭੱਜਿਆ ਜਾ ਰਿਹਾ, ਜਦੋਂ ਅਸੀਂ ਉਹਨੂੰ ਰੋਕਾਂਗੇ ਤਾਂ ਸਪੀਡ ਡਾਊਨ ਹੋਣੀ ਸ਼ੁਰੂ ਹੋਏਗੀ। ਤਾਂ ਉਹ ਸਪੀਡ ਇਹ ਨਹੀਂ ਹੈਗਾ ਕਿ ਇੱਕਦਮ ਤੁਸੀਂ 0 ਤੇ ਆ ਜਾਓਗੇ, ਤਾਂ ਹੌਲੀ ਹੌਲੀ ਸਲੋਲੀ ਉਹ ਘੱਟ ਹੋਏਗੀ। ਤਾਂ ਇਹ ਹੈਗੀ ਸੀ ਜੀ ਸਾਡੀ ਗਤੀ। ਅੱਗੇ ਜੀ ਅਸੀਂ ਗੱਲ ਕਰਦੇ ਹਾਂ ਸਾਡੇ ਅਗਲੇ ਕੰਪੋਨੈਂਟ ਦੀ। ਅਗਲਾ ਕੰਪੋਨੈਂਟ ਸਾਡਾ ਹੈਗਾ ਜੀ ਐਂਡੋਰੈਂਸ। ਨੈਕਸਟ ਸਾਡਾ ਜਿਹੜਾ ਕੰਪੋਨੈਂਟ ਹੈਗਾ ਜੀ, ਉਹ ਕੰਪੋਨੈਂਟ ਸਾਡਾ ਹੈਗਾ ਐਂਡੋਰੈਂਸ। ਐਂਡੋਰੈਂਸ ਨੂੰ ਪੰਜਾਬੀ ਦੇ ਵਿੱਚ ਅਸੀਂ ਕੀ ਕਹਿੰਦੇ ਹਾਂ ਜੀ, ਸਹਿਣ ਸ਼ਕਤੀ। ਪੰਜਾਬੀ 'ਚ ਕੀ ਕਹਿੰਦੇ ਜੀ, ਅਸੀਂ ਇਹਨੂੰ ਸਹਿਣ ਸ਼ਕਤੀ ਕਹਿੰਦੇ ਹਾਂ। ਤਾਂ ਬੇਸਿਕਲੀ ਸਹਿਣ ਸ਼ਕਤੀ ਹੈ ਜਿਹੜੀ ਪਹਿਲੀ ਗੱਲ ਕਰ ਚੁੱਕੀ ਹਾਂ, ਐਬਿਲਿਟੀ ਟੂ ਐਕਟ ਅੰਗੇਂਸਟ ਫਟੀਗ, ਥਕਾਵਟ ਦੇ ਵਿਰੁੱਧ ਕੰਮ ਕਰਨ ਦੀ ਸਮਰੱਥਾ, ਤੇ ਜਾਂ ਫਿਰ ਥਕਾਵਟ ਨੂੰ ਡਿਲੇ ਕਰਨ ਦੀ ਸਮਰੱਥਾ, ਕਿ ਥਕਾਵਟ ਨੂੰ ਕਿੰਨੇ ਸਮੇਂ ਲਈ ਅਸੀਂ ਢਾਲ ਸਕਦੇ ਹਾਂ, ਉਹਨੂੰ ਅਸੀਂ ਕੀ ਕਹਿੰਦੇ ਹਾਂ ਜੀ, ਸਹਿਣ ਸ਼ਕਤੀ। ਸਹਿਣ ਸ਼ਕਤੀ ਇਹਦੀਆਂ ਜੀ ਕਿਸਮਾਂ ਹੈਗੀਆਂ ਨੇ 3। ਕਿਹੜੀਆਂ ਕਿਹੜੀਆਂ ਕਿਸਮਾਂ ਹੈਗੀਆਂ ਨੇ ਇਹਦੀਆਂ? ਘੱਟ ਦੂਰੀ ਦੀ, ਇਹਨੂੰ ਅਸੀਂ ਪੰਜਾਬੀ ਇੰਗਲਿਸ਼ 'ਚ ਕਹਿ ਸਕਦੇ ਹਾਂ ਸ਼ਾਰਟ ਟਰਮ ਐਂਡੋਰੈਂਸ। ਦੂਸਰੀ ਸਾਡੇ ਕੋਲ ਹੁੰਦੀ ਹੈ ਜੀ ਮੱਧ ਸਮੇਂ ਦੀ, ਇਹਨੂੰ ਅਸੀਂ ਕਹਿ ਸਕਦੇ ਹਾਂ ਜੀ ਮਿਡ ਟਰਮ। ਤੀਸਰੀ ਸਾਡੇ ਕੋਲ ਹੈਗੀ ਹੈ ਜੀ ਵੱਧ ਸਮੇਂ ਦੀ ਜਾਂ ਲੰਬੇ ਸਮੇਂ ਦੀ, ਇਹਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਆ ਲੌਂਗ ਟਰਮ ਐਂਡੋਰੈਂਸ। ਤਾਂ ਐਂਡੋਰੈਂਸ ਹੈ ਜਿਹੜੀ ਬੇਸਿਕਲੀ 3 ਤਰ੍ਹਾਂ ਦੀ ਹੈਗੀ ਹੈ ਜੀ, ਘੱਟ ਦੂਰੀ ਦੀ, ਮੱਧ ਦੂਰੀ ਦੀ ਤੇ ਵੱਧ ਦੂਰੀ ਦੀ। ਹੁਣ ਬੇਸਿਕਲੀ ਇਹਦੇ 'ਚ ਇਹ ਤੁਹਾਨੂੰ ਸਭ ਤੋਂ ਸੌਖਾ ਹੈ ਲਿਖਣਾ, ਇਹਨੂੰ ਸਿੰਪਲੀ ਅਸੀਂ ਸਮੇਂ ਦੇ ਹਿਸਾਬ ਨਾਲ ਲਿਖ ਸਕਦੇ ਹਾਂ। ਘੱਟ ਦੂਰੀ ਦਾ ਮਤਲਬ ਕੀ ਹੈ? ਜੇਕਰ ਕੋਈ ਕੰਮ ਤੁਸੀਂ 0 ਤੋਂ ਲੈ ਕੇ 2 ਮਿੰਟ ਤੱਕ ਕਰ ਰਹੇ ਹੋ, ਮੰਨ ਲਓ ਤੁਸੀਂ 100 ਮੀਟਰ ਲਾ ਰਹੇ ਹੋ, 200 ਮੀਟਰ ਲਾ ਰਹੇ ਹੋ, 400 ਮੀਟਰ ਲਾ ਰਹੇ ਹੋ, ਤਾਂ ਐਵੇਂ ਦਾ ਕੰਮ ਜਿਹੜਾ ਤੁਸੀਂ 0 ਤੋਂ ਲੈ ਕੇ 2 ਮਿੰਟ ਦੇ ਵਿੱਚ ਖਤਮ ਕਰ ਸਕਦੇ ਹੋ, ਉਹਨੂੰ ਅਸੀਂ ਕੀ ਕਹਾਂਗੇ? ਘੱਟ ਦੂਰੀ ਦੀ ਸਹਿਣ ਸ਼ਕਤੀ। ਜੇਕਰ ਤੁਸੀਂ ਕੋਈ ਕੰਮ 2 ਤੋਂ ਲੈ ਕੇ 11 ਮਿੰਟ ਦੇ ਵਿਚਕਾਰ ਦਾ ਕਰ ਰਹੇ ਹੋ ਤਾਂ ਉਹਨੂੰ ਅਸੀਂ ਕੀ ਕਹਾਂਗੇ? ਮਿਡ ਟਰਮ ਐਂਡੋਰੈਂਸ, ਯਾਨੀ ਕਿ ਮੱਧ ਸਮੇਂ ਦੀ ਸਹਿਣ ਸ਼ਕਤੀ। ਜੇਕਰ ਤੁਸੀਂ ਕੋਈ ਵੀ ਕੰਮ 11 ਮਿੰਟ ਤੋਂ ਵੱਧ ਸਮੇਂ ਦੇ ਲਈ ਕਰ ਰਹੇ ਹੋ ਤਾਂ ਉਹਨੂੰ ਅਸੀਂ ਕੀ ਕਹਾਂਗੇ? ਵੱਧ ਸਮੇਂ ਦੀ ਸਹਿਣ ਸ਼ਕਤੀ। ਇਹਨੂੰ ਸਮੇਂ ਦੇ ਹਿਸਾਬ ਨਾਲ ਡਿਵਾਈਡ ਕੀਤਾ ਗਿਆ। ਸਭ ਤੋਂ ਥੋੜੇ ਦਾ ਮਤਲਬ 0 ਤੋਂ 2 ਮਿੰਟ, ਵਿਚਕਾਰਲੇ ਦਾ ਮਤਲਬ 2 ਤੋਂ 11 ਮਿੰਟ, ਸਭ ਤੋਂ ਵੱਧ ਦਾ ਮਤਲਬ 11 ਮਿੰਟ ਤੋਂ ਵੱਧ।
ਹੁਣ ਇਹਨੂੰ ਅਸੀਂ ਕੰਮ ਦਾ ਮਤਲਬ ਇੱਥੇ ਸਾਡਾ ਹੈਗਾ ਸਪੋਰਟਸ ਤੋਂ, ਖੇਡਾਂ ਤੋਂ, ਕਿਉਂਕਿ ਅਸੀਂ ਸਬਜੈਕਟ ਜਿਹੜਾ ਫਿਜ਼ੀਕਲ ਐਜੂਕੇਸ਼ਨ ਪੜ੍ਹਦੇ ਹਾਂ। ਕੋਈ ਵੀ ਖੇਡ ਜੇਕਰ ਉਹਨੂੰ ਖੇਡਣ ਦੇ ਲਈ 0 ਤੋਂ 2 ਮਿੰਟ ਦਾ ਸਮਾਂ ਲੱਗਦਾ ਹੈ, ਕੋਈ ਵੀ ਖੇਡ ਜੇਕਰ ਖੇਡਣ ਲਈ 2 ਤੋਂ 11 ਮਿੰਟ ਦਾ ਸਮਾਂ ਲੱਗਦਾ ਹੈ, ਕੋਈ ਵੀ ਖੇਡ ਜੇਕਰ ਖੇਡਣ ਦੇ ਲਈ 11 ਮਿੰਟ ਤੋਂ ਵੱਧ ਦਾ ਸਮਾਂ ਲੱਗਦਾ। ਤਾਂ ਇਹ ਹੈ ਕਿ ਜੀ ਸਹਿਣ ਸ਼ਕਤੀ ਜਿਹਦੀਆਂ ਕਿਸਮਾਂ ਕਿੰਨੀਆਂ ਹੈਗੀਆਂ ਨੇ, 3। ਅੱਗੇ ਗੱਲ ਕਰਦੇ ਹਾਂ ਜੀ ਅਸੀਂ ਫਲੈਕਸੀਬਿਲਿਟੀ ਦੀ। ਫਲੈਕਸੀਬਿਲਿਟੀ ਦਾ ਮਤਲਬ ਕੀ ਸੀਗਾ? ਲਚਕ। ਫਲੈਕਸੀਬਿਲਿਟੀ ਦਾ ਮਤਲਬ ਸੀਗਾ ਲਚਕ। ਫਲੈਕਸੀਬਿਲਿਟੀ, ਲਚਕ ਦੀਆਂ 2 ਕਿਸਮਾਂ ਨੇ ਜੀ। ਲਚਕ ਹੈ ਜਿਹੜੀ 2 ਤਰ੍ਹਾਂ ਦੀ ਹੁੰਦੀ ਹੈ, ਐਕਟਿਵ ਐਂਡ ਪੈਸਿਵ। ਇਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ ਜੀ ਐਕਟਿਵ ਨੂੰ ਚੁਸਤ, ਇਹਨੂੰ ਕਹਿ ਦਿੰਦੇ ਹਾਂ ਜੀ ਅਸੀਂ ਸੁਸਤ। ਚੁਸਤ ਦਾ ਮਤਲਬ ਹੁੰਦਾ ਹੈ ਜੀ ਵਿਦਆਊਟ ਟੇਕਿੰਗ ਹੈਲਪ ਆਫ ਐਨੀ ਅਦਰ ਪਰਸਨ, ਹੈ ਨਾ। ਜਦੋਂ ਅਸੀਂ ਕੋਈ ਵੀ ਫਲੈਕਸੀਬਿਲਿਟੀ ਦੀਆਂ ਐਕਸਰਸਾਈਜ਼ ਬਿਨਾਂ ਕਿਸੇ ਦੀ ਸਹਾਇਤਾ ਦੇ ਕਰਦੇ ਹਾਂ। ਪੈਸਿਵ ਸੁਸਤ ਦਾ ਮਤਲਬ ਕੀ ਹੈ? ਕਿਸੇ ਦੀ ਸਹਾਇਤਾ ਦੇ ਨਾਲ ਕਰਨਾ। ਦੋ ਤਰ੍ਹਾਂ ਦੀ ਲਚਕ ਹੈ ਕੋਈ ਐਕਸਰਸਾਈਜ਼ ਕੇ। ਇੱਕ ਤਾਂ ਮੈਂ ਇਹ ਖੜਾ ਕਿ ਮੈਂ ਆਪਣੀ ਬਾਂਹ ਜਿਹੜੀ ਉਹ ਆਪ ਨੂੰ ਕੀ ਕਰ ਰਿਹਾ, ਆਪ ਆਪਣੀ ਬਾਂਹ ਦੀ ਫਲੈਕਸੀਬਿਲਿਟੀ ਦੀ ਐਕਸਰਸਾਈਜ਼ ਕਰ ਰਿਹਾ। ਇੱਕ ਕੀ ਸੀ ਕਿ ਮੈਂ ਕੋਈ ਦੂਸਰਾ ਬੰਦਾ ਲਿਆ, ਉਹਨੂੰ ਕਿਹਾ ਕਿ ਮੇਰੀ ਬਾਂਹ ਚੱਕ ਕੇ ਉੱਪਰ ਕਰ, ਆਹ ਹੱਥ ਹੈ ਜਿਹੜਾ ਸਪੋਜ਼ ਕਰੋ ਕਿਸੇ ਦੂਸਰੇ ਬੰਦੇ ਦਾ, ਇਹ ਦੂਸਰਾ ਬੰਦਾ ਮੇਰੀ ਐਕਸਰਸਾਈਜ਼ ਕਰਾ ਰਿਹਾ। ਜੇ ਕਿਸੇ ਦੂਸਰੇ ਦੀ ਹੈਲਪ ਲੈ ਰਿਹਾ ਤਾਂ ਸੁਸਤ ਹੈ, ਜੇਕਰ ਮੈਂ ਖੁਦ ਕਰ ਰਿਹਾ ਤਾਂ ਚੁਸਤ ਹੈ। ਇੱਕ ਸਵਾਲ ਇਹਦੇ 'ਚ ਰਿਪੀਟ ਹੁੰਦਾ ਰਹਿੰਦਾ ਕਿ ਚੁਸਤ ਲਚਕ ਜ਼ਿਆਦਾ ਹੁੰਦੀ ਹੈ ਕਿ ਸੁਸਤ, ਤਾਂ ਇਹ ਲਚਕ ਹੈ ਜਿਹੜੀ ਇਹ ਵੱਧ ਹੁੰਦੀ ਹੈ, ਕਿਉਂਕਿ ਦੂਸਰਾ ਬੰਦਾ ਜਿੰਨਾ ਜ਼ੋਰ ਲਗਾ ਕੇ ਸਾਡੇ ਅੰਗ ਨੂੰ ਮੋੜ ਸਕਦਾ ਹੈ, ਅਸੀਂ ਖੁਦ ਆਪਣਾ ਜ਼ੋਰ ਲਗਾ ਕੇ ਅੰਗ ਨੂੰ ਓਨਾ ਨਹੀਂ ਮੋੜ ਸਕਦੇ। ਐਕਟਿਵ ਹੈ ਜਿਹੜੀ ਜੀ ਚੁਸਤ ਲਚਕ ਹੈ ਕਿ 2 ਤਰ੍ਹਾਂ ਦੀ ਹੁੰਦੀ ਹੈ ਇਹ। ਇੱਕ ਇਹਦਾ ਪਾਰਟ ਹੈਗਾ ਸਥਿਰ, ਦੂਸਰਾ ਹੈਗਾ ਜੀ ਗਤੀਸ਼ੀਲ। ਸਥਿਰ ਨੂੰ ਅਸੀਂ ਇੰਗਲਿਸ਼ 'ਚ ਬੋਲਾਂਗੇ ਸਟੈਟਿਕ, ਇਹਨੂੰ ਬੋਲਾਂਗੇ ਅਸੀਂ ਡਾਇਨਾਮਿਕ। ਤਾਂ ਇਹ ਸਥਿਰ ਤੇ ਡਾਇਨਾਮਿਕ 2 ਤਰ੍ਹਾਂ ਦੀ ਜਿਹੜੀ ਹੁੰਦੀ ਹੈ। ਸਥਿਰ ਦਾ ਮਤਲਬ ਕਿ ਮੰਨ ਲਓ ਕਿ ਮੈਂ ਇਹ ਫਲੈਕਸੀਬਿਲਿਟੀ ਕਰ ਰਿਹਾ ਤਾਂ ਆਪਣੀਆਂ ਉਂਗਲਾਂ ਨੂੰ ਮੈਂ ਹੋਲਡ ਕਰਕੇ ਰੱਖ ਲਿਆ, ਤੇ ਜੇਕਰ ਮੈਂ ਹੋਲਡ ਕਰਕੇ ਰੱਖਦਾ, ਇੱਕ ਥਾਂ ਤੇ ਖੜਾ ਕੇ ਰੱਖਦਾ, ਤਾਂ ਮਤਲਬ ਸਟੈਟਿਕ ਫਲੈਕਸੀਬਿਲਿਟੀ ਦੀ ਗੱਲ ਕਰ ਰਿਹਾ। ਤੇ ਜੇਕਰ ਮੈਂ ਲਗਾਤਾਰ ਮੰਨ ਲਓ ਕੋਈ ਆਪਣੀ ਬਾਂਹ ਘੁਮਾ ਰਿਹਾ, ਇਟ ਮੀਨਸ ਮੈਂ ਡਾਇਨਾਮਿਕ ਫਲੈਕਸੀਬਿਲਿਟੀ ਦੀ ਗੱਲ ਕਰ ਰਿਹਾ। 1-2 ਕੁਐਸਚਨ ਇਹਦੇ ਵਿੱਚ ਹੋਰ ਪੁੱਛ ਲਏ ਜਾਂਦੇ ਨੇ ਜੀ। ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ROM ਰੇਂਜ ਆਫ ਮੋਸ਼ਨ। ਦੂਸਰਾ ਜਿਹੜਾ ਵਰਡ ਹੈ ਜਿਹਦੇ 'ਚ ਇਹ ਤੁਸੀਂ ਨੋਟ ਕਰ ਲਿਓ ਨਾ, ਦੂਸਰਾ ਜਿਹੜਾ ਵਰਡ ਹੈਗਾ ਉਹ ਯੂਜ਼ ਕੀਤਾ ਜਾਂਦਾ ਹੈ PNF। ਦੂਸਰਾ ਵਰਡ ਹੈ ਜਿਹੜਾ ਇਹਦੇ 'ਚ ਯੂਜ਼ ਕੀਤਾ ਜਾਂਦਾ ਹੈ ਜੀ ਉਹ ਹੈਗਾ PNF। PNF, P ਦਾ ਮਤਲਬ ਹੁੰਦਾ ਜੀ ਪ੍ਰੋਪਰੀਓ ਸੈਪਟਿਵ, ਇਹਦਾ ਮਤਲਬ ਹੁੰਦਾ ਜੀ ਨਿਊਰੋ ਮਸਕੂਲਰ, ਇਹਦਾ ਮਤਲਬ ਹੁੰਦਾ ਜੀ ਫੈਸਿਲਿਟੇਸ਼ਨ। PNF ਇਹ ਲਚਕ ਦੇ ਨਾਲ ਸੰਬੰਧਿਤ ਇੱਕ ਸ਼ਬਦ ਹੈਗਾ, ਕਈ ਵਾਰ ਪੁੱਛ ਲਿਆ ਜਾਂਦਾ। P ਦੀ ਫੁੱਲ ਫਾਰਮ ਹੁੰਦੀ ਹੈ ਪ੍ਰੋਪਰੀਓਸੈਪਟਿਵ, ਇਹਨਾਂ ਦਾ ਮਤਲਬ ਹੁੰਦਾ ਨਿਊਰੋ ਮਸਕੂਲਰ, F ਦਾ ਮਤਲਬ ਹੁੰਦਾ ਫੈਸਿਲਿਟੇਸ਼ਨ। ਇੱਕ ਚੀਜ਼ ਤੇ ਹੋਰ ਪੁੱਛ ਲਈ ਜਾਂਦੀ ਹੈ ਜੀ ਕਿ ਲਚਕ ਕਿਹੜੇ ਤਰੀਕੇ ਦੇ ਨਾਲ ਵਧਾਈ ਜਾ ਸਕਦੀ ਹੈ, ਤਾਂ ਇਹਦਾ ਤਰੀਕਾ ਹੈਗਾ ਬੈਲਿਸਟਿਕ ਮੈਥਡ। ਬੈਲਿਸਟਿਕ ਮੈਥਡ ਹੈ ਜਿਹੜਾ ਇਹ ਲਚਕ ਨੂੰ ਵਧਾਉਣ ਦਾ ਇੱਕ ਤਰੀਕਾ ਹੈਗਾ। ਇਸ ਤੋਂ ਅੱਗੇ ਸਾਡੇ ਕੋਲ ਆਉਂਦੀ ਹੈ ਜੀ ਫੁਰਤੀ। ਫੁਰਤੀ ਦੀਆਂ ਕੋਈ ਵੀ ਕਿਸਮਾਂ ਨਹੀਂ ਹੁੰਦੀਆਂ। ਫੁਰਤੀ ਤੋਂ ਅੱਗੇ ਸਾਡੇ ਕੋਲ ਆਉਂਦਾ ਹੈ ਜੀ ਤਾਲਮੇਲ। ਤਾਲਮੇਲ ਦਾ ਮਤਲਬ ਸਾਡੇ ਸਰੀਰ ਦੇ 2 ਅੰਗਾਂ ਦਾ ਕੋਈ ਵੀ ਜਿਹੜਾ ਜੋੜ ਹੈ, ਇਹਦੀਆਂ ਜਿਹੜੀਆਂ ਆ ਜਾਂਦੀਆਂ ਨੇ ਤਾਲਮੇਲ ਯੋਗਤਾ ਦੇ ਵਿੱਚ ਰਿਐਕਸ਼ਨ ਐਬਿਲਿਟੀ ਆ ਜਾਂਦੀ ਹੈ। ਪਹਿਲੇ ਹੀ ਗੱਲ ਕਰ ਚੁੱਕੇ ਹਾਂ। ਰਿਐਕਸ਼ਨ ਐਬਿਲਿਟੀ ਦਾ ਮਤਲਬ ਹੁੰਦਾ ਕਿ ਅਸੀਂ ਕੋਈ ਵੀ ਮੈਸੇਜ ਮਿਲਣ ਤੇ ਕਿੰਨੀ ਜਲਦੀ ਰਿਐਕਟ ਕਰ ਸਕਦੇ ਹਾਂ। ਰਿਐਕਸ਼ਨ ਐਬਿਲਿਟੀ ਤੋਂ ਬਾਅਦ ਸਾਡੇ ਕੋਲ ਆਉਂਦਾ ਜੀ ਕਪਲਿੰਗ ਐਬਿਲਿਟੀ। ਕਪਲਿੰਗ ਐਬਿਲਿਟੀ ਹੁੰਦਾ ਹੈ
ਕਿਸੇ ਵੀ ਦੋ ਜਿਹੜੀਆਂ ਸਾਡੀਆਂ ਫੋਰਸਿਸ ਹੈਗੀਆਂ ਨੇ ਜਾਂ ਸਾਡੀਆਂ ਕੋਈ ਵੀ ਦੋ ਕਿਰਿਆਵਾਂ ਹੈਗੀਆਂ ਨੇ ਉਹਨਾਂ ਨੂੰ ਜੋੜਨ ਦੀ ਕਲਾ। ਜਿਵੇਂ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਬੰਦਾ ਫੁੱਟਬਾਲ ਹੈ ਜਿਹੜੀ ਉਹ ਪੈਰਾਂ ਨਾਲ ਫੁੱਟਬਾਲ ਦੀ ਜਗਲਿੰਗ ਕਰ ਰਿਹਾ ਹੈ ਨਾ, ਫੁੱਟਬਾਲ ਨੂੰ ਪੈਰਾਂ ਤੇ ਘੁਮਾ ਰਿਹਾ ਹੈ, ਦੂਸਰੇ ਪਾਸੇ ਹੱਥਾਂ ਨਾਲ ਵੀ ਕੋਈ ਜਿਹੜੀਆਂ ਬੋਲਾਂ ਨੇ ਉਹ ਮਾਰ ਰਿਹਾ। ਇੱਕੋ ਸਮੇਂ ਤੇ ਦੋ ਕਿਰਿਆਵਾਂ ਨੂੰ ਜਦੋਂ ਅਸੀਂ ਕੰਬਾਈਨ ਕਰਦੇ ਹਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ ਜੀ, ਕਪਲਿੰਗ ਐਬਿਲਿਟੀ। ਉਸ ਤੋਂ ਅੱਗੇ ਸਾਡੇ ਕੋਲ ਆ ਜਾਂਦੀ ਹੈ ਜੀ ਐਡੈਪਟੇਸ਼ਨ ਐਬਿਲਿਟੀ। ਤਾਂ ਇਹਨਾਂ ਨੂੰ ਤੁਹਾਨੂੰ ਜ਼ਿਆਦਾ ਇਹਦੇ ਸਭ ਕਿਤਾਬ ਦੇ ਵਿੱਚ ਸਾਡੇ ਦੇ ਵਿੱਚ ਨਹੀਂ ਹੈਗੀਆਂ ਜਿਹੜੀਆਂ ਟਾਈਪਸ ਨੇ, ਵੈਸੇ ਇਹਨਾਂ ਦੇ ਨਾਮ ਹੀ ਯਾਦ ਰੱਖ ਲਓ, ਇਹਨਾਂ ਬਹੁਤ ਹੈ। ਐਡੈਪਟੇਸ਼ਨ ਐਬਿਲਿਟੀ ਤੋਂ ਬਾਅਦ ਆ ਜਾਂਦਾ ਜੀ ਰਿਦਮ ਐਬਿਲਿਟੀ। ਰਿਦਮ ਐਬਿਲਿਟੀ ਹੁੰਦੀ ਹੈ ਕਿ ਤੁਸੀਂ ਕਿੰਨੀ ਜਲਦੀ ਕਿਸੇ ਲੈਅ ਨੂੰ ਜਿਹੜੀ ਉਹਨੂੰ ਸਿੱਖ ਲੈਂਦੇ ਹੋ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਜੀ ਡਿਫਰੈਂਸ਼ੀਏਸ਼ਨ ਐਬਿਲਿਟੀ। ਡਿਫਰੈਂਸ਼ੀਅਲ ਐਬਿਲਿਟੀ ਕਿਸੇ ਵੀ ਦੋ ਮੂਵਮੈਂਟਸ ਦੇ ਵਿੱਚ ਫਰਕ ਕਰ ਸਕਣ ਦੀ ਤੁਹਾਡੀ ਯੋਗਤਾ ਹੁੰਦੀ ਹੈ। ਰਿਐਕਸ਼ਨ ਸਪੀਡ ਹੋ ਗਿਆ ਤੁਹਾਡਾ, ਕਪਲਿੰਗ ਐਬਿਲਿਟੀ ਹੋ ਗਈ, ਅਡੈਪਟੇਸ਼ਨ ਐਬਿਲਿਟੀ ਹੋ ਗਈ, ਰਿਦਮ ਐਬਿਲਿਟੀ ਹੋ ਗਈ, ਡਿਫਰੈਂਸ਼ੀਅਲ ਐਬਿਲਿਟੀ ਹੋ ਗਈ। ਤਾਂ ਇਹ ਇੱਕ ਦੋ ਹੋਰ ਹੁੰਦੀਆਂ ਨੇ, ਇਹਦੇ 'ਚ ਇੱਕ ਤੁਸੀਂ ਲਿਖ ਸਕਦੇ ਹੋ। ਇਹਦੇ 'ਚ ਦੋ ਪੁੱਛ ਲਿਆ ਜਾਂਦੀਆਂ ਨੇ, ਇੱਕ ਹੁੰਦੀ ਹੈ ਪ੍ਰੋਪਰੀਓਸੈਪਟਿਵ ਸੈਂਸ, ਪ੍ਰੋਪਰੀਓਸੈਪਟਿਵ, ਇੱਕ ਹੁੰਦੀ ਹੈ ਕਾਈਨਾਸਥੈਟਿਕ। ਬਹੁਤ ਥੋੜੀਆਂ ਡੀਪ ਹੈਗੀਆਂ ਨੇ, ਆਪਾਂ ਨੂੰ ਇਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ ਹੈਗੀ। ਤਾਂ ਰਿਐਕਸ਼ਨ ਐਬਿਲਿਟੀ ਹੈਗੀ ਹੈ, ਕਪਲਿੰਗ ਐਬਿਲਿਟੀ ਹੈਗੀ ਹੈ, ਅਡੈਪਟੇਸ਼ਨ ਐਬਿਲਿਟੀ ਹੈਗੀ ਹੈ, ਰਿਦਮ ਐਬਿਲਿਟੀ ਹੈਗੀ ਹੈ, ਡਿਫਰੈਂਸ਼ੀਅਲ ਐਬਿਲਿਟੀ ਹੈਗੀ ਹੈ, ਪ੍ਰੋਪਰੀਓਸੈਪਟਿਵ ਐਬਿਲਿਟੀ ਹੈਗੀ ਹੈ, ਤੁਹਾਡੀ ਕਾਈਨਾਸਥੈਟਿਕ ਸੈਂਸ ਹੈਗੀ ਆ। ਤਾਂ ਇਹ ਹੈਗੀਆਂ ਨੇ ਕੋਆਰਡੀਨੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਉਹਦੀਆਂ ਅੱਗੇ ਟਾਈਪਸ ਹੈਗੀਆਂ ਨੇ। ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ, ਦੋ ਚਾਰ ਹੋਰ ਵੀ ਟਾਈਪਸ ਇਹਦੀਆਂ ਜਿਹੜੀਆਂ ਮਿਲ ਜਾਣਗੀਆਂ ਤੁਹਾਨੂੰ। ਜਿਵੇਂ ਫੁੱਟ ਆਈ ਕੋਆਰਡੀਨੇਸ਼ਨ ਹੁੰਦਾ, ਹੈਂਡ ਆਈ ਕੋਆਰਡੀਨੇਸ਼ਨ ਹੁੰਦਾ ਹੈ ਨਾ, ਕਿ ਸਾਡੇ ਸਰੀਰ ਦੀਆਂ ਕੋਆਰਡੀਨੇਸ਼ਨ ਨੇ ਡਿਫਰੈਂਟ ਤਰ੍ਹਾਂ ਦੇ, ਹੈ ਨਾ, ਅਲੱਗ-ਅਲੱਗ ਤਰ੍ਹਾਂ ਦੇ, ਹੈ ਨਾ। ਤਾਂ ਇਹਨਾਂ ਨੂੰ ਤੁਸੀਂ ਲਿਖ ਸਕਦੇ ਹੋ, ਇਹਦੇ ਵਿੱਚੋਂ ਜ਼ਿਆਦਾ ਕੁਐਸਚਨ ਤੁਹਾਨੂੰ ਨਹੀਂ ਪੁੱਛੇ ਜਾਣਗੇ। ਅਗਲੀ ਚੀਜ਼ ਜੀ ਕਿ ਜੇਕਰ ਇੱਕ ਵਿਅਕਤੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣ ਤਾਂ ਫਾਇਦਾ ਕੀ ਹੋਊਗਾ, ਹੈ ਨਾ। ਤਾਂ ਇਹਦਾ ਫਾਇਦਾ ਤੁਸੀਂ ਲਿਖ ਸਕਦੇ ਹੋ, ਜੇਕਰ ਸਰੀਰਕ ਤੌਰ ਤੇ ਤੁਸੀਂ ਫਿੱਟ ਹੈਗੇ ਹੋ ਤਾਂ ਸਾਡਾ ਸਰੀਰਕ ਤੌਰ ਤੇ ਸਾਡਾ ਵਿਕਾਸ ਸਹੀ ਹੋਊਗਾ। ਮਾਨਸਿਕ ਤੌਰ ਤੇ ਇਹਨਾਂ ਪੁਆਇੰਟ ਬਣਾ ਕੇ ਲਿਖ ਸਕਦੇ ਹੋ ਕਿ ਸਰੀਰਕ ਵਿਕਾਸ ਸਹੀ ਹੋਊਗਾ ਸਾਡਾ, ਸਰੀਰਕ ਦੇ ਨਾਲ ਨਾਲ ਮਾਨਸਿਕ, ਮਾਨਸਿਕ ਦੇ ਨਾਲ ਨਾਲ ਸਮਾਜਿਕ, ਉਸ ਤੋਂ ਬਾਅਦ ਭਾਵਾਤਮਿਕ ਵਿਕਾਸ ਸਾਡਾ ਹੋਊਗਾ। ਭਾਵਾਤਮਿਕ ਦੇ ਨਾਲ ਤੁਹਾਡਾ ਜਿਹੜਾ ਨੈਕਸਟ ਅਸੀਂ ਕਹਿ ਸਕਦੇ ਹਾਂ ਸਰੀਰਕ ਢਾਂਚਾ ਜਿਹੜਾ ਉਹ ਸਹੀ ਬਣਿਆ ਰਹੂਗਾ। ਸਰੀਰਕ ਢਾਂਚੇ ਤੋਂ ਇਲਾਵਾ ਬਿਮਾਰੀਆਂ ਤੋਂ ਤੁਸੀਂ ਦੂਰ ਰਹੋਗੇ। ਤੁਸੀਂ ਆਪਣੇ ਕੋਲ ਜਿੰਨੇ ਵੀ ਪੁਆਇੰਟਸ ਨੇ ਜਿਹੜੇ ਇਹਦੇ ਕਿ ਤੁਹਾਨੂੰ ਫਾਇਦਾ ਕੀ ਹੋਏਗਾ, ਤੁਹਾਡੀ ਖੇਡ ਕੁਸ਼ਲਤਾ ਦੇ ਵਿੱਚ ਸੁਧਾਰ ਹੋਏਗਾ, ਤੁਹਾਡੇ ਖੇਡ ਦੇ ਪ੍ਰਦਰਸ਼ਨ ਦੇ ਵਿੱਚ ਸੁਧਾਰ ਹੋਏਗਾ। ਬਹੁਤ ਸਾਰੇ ਪੁਆਇੰਟ ਨੇ ਜਿਹੜੇ ਤੁਸੀਂ ਆਪਣੇ ਕੋਲੋਂ ਬਣਾ ਕੇ ਲਿਖ ਸਕਦੇ ਹੋ ਕਿ ਸਰੀਰਕ ਯੋਗਤਾ ਦੇ ਤੁਹਾਡੇ ਸਰੀਰ ਨੂੰ ਲਾਭ ਨੇ ਜਿਹੜੇ ਉਹ ਕਿਹੜੇ ਕਿਹੜੇ ਹੋਣਗੇ। ਇਹਦੇ ਜਿੰਨੇ ਵੀ ਪੁਆਇੰਟ ਨੇ ਤੁਸੀਂ ਆਪਣੇ ਕੋਲੋਂ ਬਣਾ ਕੇ ਲਿਖ ਸਕਦੇ ਹੋ। ਅਗਲਾ ਜਿਹੜੀ ਇੰਪੋਰਟੈਂਟ ਚੀਜ਼ ਅਸੀਂ ਨੇ ਪੜ੍ਹਨੀ ਹੈ ਉਹ ਹੈਗੀ ਹੈ ਫੈਕਟਰ ਅਫੈਕਟਿੰਗ ਫਿਜ਼ੀਕਲ ਫਿਟਨੈਸ। ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਤਾਂ ਸਰੀਰਕ ਯੋਗਤਾ ਨੂੰ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਨੇ। ਮੰਨ ਲਓ ਕਿ ਮੇਰਾ ਇੱਕ ਸਰੀਰ ਹੈਗਾ, ਤਾਂ ਸਰੀਰਕ ਯੋਗਤਾ ਨੂੰ ਕਿਸੇ ਵੀ ਬੰਦੇ ਦੀ ਫਿਜ਼ੀਕਲ ਫਿਟਨੈਸ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰ ਸਕਦੀਆਂ ਨੇ। ਤਾਂ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਰਹਿਣਗੀਆਂ ਜਦੋਂ ਤੁਸੀਂ ਅੱਗੇ ਜਾ ਕੇ ਈਟੀਟੀ ਜਾਂ ਬੀਐਡ ਕਰੋਗੇ ਤਾਂ ਉਹਦੇ ਵਿੱਚ ਵੀ ਪੜ੍ਹਨ ਨੂੰ ਮਿਲਣਗੀਆਂ। ਦੋ ਚੀਜ਼ਾਂ ਨੇਚਰ ਐਂਡ ਨਰਚਰ ਜਿਨ੍ਹਾਂ ਦਾ ਹਮੇਸ਼ਾ ਰੌਲਾ ਰਹਿੰਦਾ ਹੈ, ਜਾਣੀ ਕਿ ਹੈਰੀਡਿਟੀ ਜਿਹਨੂੰ ਅਸੀਂ ਵੰਸ਼ਿਕ ਗੁਣ ਕਹਿੰਦੇ ਹਾਂ, एनवायरमेंट ਜਿਹਨੂੰ ਅਸੀਂ ਵਾਤਾਵਰਨ ਕਹਿੰਦੇ ਹਾਂ। ਤਾਂ ਸਾਡੀ ਜਿਹੜੀ ਫਿਜ਼ੀਕਲ ਫਿਟਨੈਸ ਹੈ ਇਹਦੇ ਉੱਪਰ ਇਹਨਾਂ ਦੋ ਚੀਜ਼ਾਂ ਦਾ ਬੜਾ ਜ਼ਿਆਦਾ ਇੰਪੈਕਟ ਹੈਗਾ।
ਤੁਸੀਂ ਕਿਵੇਂ ਦੇ ਗੁਣ ਲੈ ਕੇ ਪੈਦਾ ਹੋਏ ਹੋ। ਮੰਨ ਲਓ ਕਿ ਇੱਕ ਬੱਚਾ ਜਿਹਦੀ ਹਾਈਟ 5 ਫੁੱਟ ਹੈ ਤਾਂ ਉਹਦੀ ਵਿਚਾਰੇ ਦੀ ਉਹਦੇ 'ਚ ਕੀ ਗਲਤੀ ਹੈ ਕਿ ਉਹਦੀ ਹਾਈਟ ਘੱਟ ਰਹਿ ਗਈ। ਇੱਕ ਬੱਚਾ ਜਿਹਦਾ ਕਲਰ ਬਲੈਕ ਹੈ, ਉਹਦਾ ਬਲੈਕ ਹੈ ਕਲਰ ਰਹਿ ਗਿਆ ਤਾਂ ਉਹਦੀ ਕੀ ਗਲਤੀ ਹੈ। ਤਾਂ ਕਾਰਨ ਕੀ ਹੈ ਕਿ ਜਿਵੇਂ ਦੇ ਉਹਦੇ ਮਾਤਾ ਪਿਤਾ ਹੈਗੇ ਸੀ ਉਸ ਬੱਚੇ ਨੇ ਉਵੇਂ ਦਾ ਹੀ ਪੈਦਾ ਹੋਣਾ ਸੀ। ਜੇਕਰ ਮੇਰੇ ਮਾਤਾ ਪਿਤਾ ਦੀ ਹਾਈਟ ਜ਼ਿਆਦਾ ਹੁੰਦੀ ਤਾਂ ਓਬਵੀਅਸ ਹੈ ਮੇਰੀ ਵੀ ਹਾਈਟ ਜ਼ਿਆਦਾ ਹੋਏਗੀ। ਜੇਕਰ ਮੇਰੇ ਮਾਤਾ ਪਿਤਾ ਦੀ ਹਾਈਟ ਘੱਟ ਸੀ ਤਾਂ ਓਬਵੀਅਸ ਹੈ ਕਿ ਮੇਰੀ ਵੀ ਹਾਈਟ ਘੱਟ ਹੋਏਗੀ। ਜੇਕਰ ਮੇਰੇ ਮਾਤਾ ਪਿਤਾ ਦਾ ਕਲਰ ਬਲੈਕ ਹੈ ਤਾਂ ਮੇਰਾ ਕਲਰ ਵੀ ਬਲੈਕ ਹੋਏਗਾ। ਜੇਕਰ ਉਹਨਾਂ ਦਾ ਕਲਰ ਹੈ ਜਿਹੜਾ ਵਾਈਟ ਹੈ ਤਾਂ ਉਹਨਾਂ ਦਾ ਮੇਰਾ ਕਲਰ ਹੈ ਜਿਹੜਾ ਉਹਦੇ ਵੀ ਵਾਈਟ ਹੋਣ ਦੇ ਚਾਂਸਸ ਜ਼ਿਆਦਾ ਨੇ, ਹੈ ਨਾ। ਤਾਂ ਤੁਸੀਂ ਮੋਸਟ ਆਫ ਦਾ ਜਿਹੜੇ ਗੁਣ ਨੇ ਉਹ ਤੁਸੀਂ ਆਪਣੇ ਆਪ ਨਹੀਂ ਬਦਲ ਸਕਦੇ, ਹੈ ਨਾ। ਕਿਸੇ ਦਾ ਵੀ ਜੀ ਨਹੀਂ ਕਰਦਾ ਕਿ ਕੋਈ ਮੋਟਾ ਪੈਦਾ ਹੋਵੇ, ਕਿਸੇ ਦਾ ਜੀ ਨਹੀਂ ਕਰਦਾ ਕਿ ਕੋਈ ਪਤਲਾ ਪੈਦਾ ਹੋਵੇ। ਤਾਂ ਇਹ ਸਾਰੀ ਦੀ ਸਾਰੀ ਖੇਡ ਕਹਾਣੀ ਕਾਸਤੀ ਇਹ ਹੈਗੀ ਹੈ, ਹੈਰੀਡਿਟੀ ਦੀ ਹੈਗੀ ਹੈ, ਤੁਹਾਡੇ ਵੰਸ਼ਿਕ ਗੁਣ ਦੀ ਕਿ ਤੁਸੀਂ ਆਪਣੇ ਮਾਤਾ ਪਿਤਾ ਤੋਂ ਕਿਹੋ ਜਿਹੇ ਗੁਣ ਲੈ ਕੇ ਪੈਦਾ ਹੋਏ ਹੋ। ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ, ਇੱਕ ਕੰਪੋਨੈਂਟ ਸੀਗਾ ਸਾਡਾ ਸਪੀਡ। ਤਾਂ ਜਿਹੜੀ ਸਪੀਡ ਹੈ ਇਹ ਬਿਲਕੁਲ ਜੈਨੇਟਿਕ ਹੈ। ਜੈਨੇਟਿਕ ਦਾ ਮਤਲਬ ਕਿ ਤੁਸੀਂ ਸਪੀਡ ਨੂੰ ਬਹੁਤ ਹੀ ਘੱਟ ਇੰਪਰੂਵ ਕਰ ਸਕਦੇ ਹੋ। ਇਹ ਇੱਕ ਜੱਦੀ ਗੁਣ ਹੈ। ਤੁਹਾਡੇ ਜਿੰਨੀ ਮਾਤਾ ਪਿਤਾ ਦੀ ਤੁਹਾਡੀ ਸਪੀਡ ਹੈਗੀ ਤੁਹਾਡੇ 'ਚ ਉਨੀ ਰਹੇਗੀ। ਤਾਕਤ ਨੂੰ ਤੁਸੀਂ ਵਧਾ ਸਕਦੇ ਹੋ, ਪ੍ਰੋਟੀਨ ਖਾ ਕੇ ਵਧਾ ਲਓਗੇ ਤੁਸੀਂ, ਹੈ ਨਾ। ਹੋਰ ਕੋਈ ਮੀਟ ਚਿਕਨ ਖਾ ਕੇ ਵਧਾ ਲਓਗੇ, ਬਟ ਜਿਹੜੀ ਸਪੀਡ ਹੈ ਇਹ ਜਿੰਨੀ ਹੈਗੀ ਹੈ ਤੁਹਾਡੇ 'ਚ ਉਨੀ ਰਹੂਗੀ। ਇਹਨੂੰ ਤੁਸੀਂ ਇਨਕਰੀਜ਼ ਨਹੀਂ ਕਰ ਸਕਦੇ, ਇੰਪਰੂਵ ਕਰ ਸਕਦੇ ਹੋ। ਇਨਕਰੀਜ਼ ਨਹੀਂ ਹੋ ਸਕਦੀ, ਇੰਪਰੂਵ ਹੋ ਸਕਦੀ ਹੈ। ਕਿਉਂ? ਕਿਉਂਕਿ ਸਪੀਡ ਇਜ਼ ਅ ਹੈਰੀਡਿਟਰੀ ਕੁਆਲਿਟੀ, ਹੈ ਨਾ। ਤਾਂ ਇਹ ਜਿਹੜੀ ਤੁਹਾਡੀ ਕੁਆਲਿਟੀ ਹੈਗੀ ਇੱਕ ਹੈਰੀਡਿਟਰੀ ਕੁਆਲਿਟੀ ਹੈਗੀ ਹੈ, ਤੁਹਾਨੂੰ ਹੈਰੀਡਿਟੀ ਦੇ ਵਿੱਚੋਂ ਮਿਲੀ ਹੈ, ਤੁਹਾਡੇ ਵੰਸ਼ਿਕ ਗੁਣਾਂ ਦੇ ਵਿੱਚੋਂ ਮਿਲੀ ਹੈ। ਤੁਹਾਨੂੰ ਤੁਸੀਂ ਆਪ ਨਿਰਧਾਰਿਤ ਨਹੀਂ ਕੀਤਾ ਇਹਨੂੰ ਕਿ ਮੈਂ ਕਿਵੇਂ ਦਾ ਹੋਊਂਗਾ। ਇਹ ਪਹਿਲੇ ਹੀ ਤੁਹਾਡੇ ਜੀਨ ਸੀਗੇ, ਜਿਹੜੇ ਤੁਹਾਡੇ ਸੈੱਲਾਂ ਦੇ ਅੰਦਰ ਜੀਨ ਹੈਗੇ ਨੇ, ਜਿਹੜਾ ਤੁਹਾਡਾ DNA ਹੈਗਾ, ਉਹਨਾਂ ਦੇ ਰਾਹੀਂ ਪਹਿਲੇ ਹੀ ਤੁਸੀਂ ਨਿਰਧਾਰਿਤ ਹੋ ਚੁੱਕੇ ਸੀ ਕਿ ਤੁਸੀਂ ਕਿਵੇਂ ਦੇ ਹੋਵੋਗੇ। ਤਾਂ ਤੁਹਾਡੇ ਹੱਥ ਦੇ ਵਿੱਚ ਨਹੀਂ ਹੈਗਾ ਸੀਗਾ ਤੁਸੀਂ ਕਿਵੇਂ ਦੇ ਹੁੰਦੇ। ਤਾਂ ਹੈਰੀਡਿਟੀ ਪ੍ਰਭਾਵਿਤ ਕਰਦੀ ਹੈਗੀ ਹੈ ਨਾ ਕਿ ਤੁਸੀਂ ਕਿਵੇਂ ਦੇ ਹੋਵੋਗੇ, ਤੁਹਾਡੀ ਫਿਜ਼ੀਕਲ ਫਿਟਨੈਸ ਕਿਵੇਂ ਦੀ ਹੋਏਗੀ। ਸੈਕਿੰਡ ਚੀਜ਼ ਹੈਗੀ ਆ ਵਾਤਾਵਰਨ, ਤੁਸੀਂ ਕਿਵੇਂ ਦੇ ਵਾਤਾਵਰਨ ਦੇ ਵਿੱਚ ਵੱਡੇ ਹੋਏ। ਤੁਹਾਡੇ ਆਲੇ ਦੁਆਲੇ ਦਾ ਵਾਤਾਵਰਨ ਸੀ ਜਿਹੜਾ, ਸਪੋਜ਼ ਕਰੋ ਕਿ ਜੇਕਰ ਤੁਸੀਂ ਇੱਕ ਫੈਕਟਰੀ ਦੇ ਵਿੱਚ ਰਹਿੰਦੇ ਹੁੰਦੇ, ਕੋਲੇ ਦੀਆਂ ਖਾਣਾਂ ਦੇ ਨੇੜੇ ਰਹਿੰਦੇ ਹੁੰਦੇ, ਤਾਂ ਤੁਹਾਡਾ ਵਾਤਾਵਰਨ ਖਰਾਬ ਹੋਣ ਕਾਰਨ ਸਿਹਤ ਵੀ ਜਿਹੜੀ ਆ ਉਹ ਖਰਾਬ ਹੁੰਦੀ। ਸੌਖੀ ਜਿਹੀ ਐਗਜ਼ਾਮਪਲ ਲੈ ਲਓ ਕਿ ਜੇਕਰ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ ਤਾਂ ਦਿੱਲੀ ਦੇ ਵਿੱਚ ਲਗਭਗ 40 ਤੋਂ 50% ਜਿਹੜੇ ਬੱਚੇ ਨੇ ਉਹਨਾਂ ਨੂੰ ਅਸਥਮਾ ਹੋ ਜਾਂਦਾ। ਕਿਉਂ? ਕਿਉਂਕਿ ਉੱਥੇ ਜਿਹੜੀਆਂ ਗੱਡੀਆਂ ਨੇ, ਆਟੋਮੋਬਾਈਲਸ ਨੇ, ਮੋਟਰਸਾਈਕਲ ਗੱਡੀਆਂ ਦਾ ਧੂੰਆਂ ਇੰਨਾ ਜ਼ਿਆਦਾ ਹਾਨੀਕਾਰਕ ਹੈਗਾ ਜਿਹਦੇ ਕਰਕੇ ਉਹਨਾਂ ਦੀ ਸਿਹਤ ਦੇ ਉੱਪਰ ਅਸਰ ਪੈਂਦਾ। ਤੁਸੀਂ ਇੱਕ ਵਧੀਆ এনवायरमेंट ਦੇ ਵਿੱਚ ਹੈਗੇ ਹੋ, ਤੁਹਾਡੀ ਸਿਹਤ ਆਟੋਮੈਟਿਕਲੀ ਕੀ ਹੋਏਗੀ, ਚੰਗੀ ਹੋਏਗੀ। ਤੁਸੀਂ ਡਾਈਟ ਕਿਵੇਂ ਦੀ ਲੈ ਰਹੇ ਹੋ। ਡਾਈਟ ਦਾ ਮਤਲਬ ਤੁਸੀਂ ਖੁਰਾਕ ਕਿਵੇਂ ਦੀ ਲੈ ਰਹੇ ਹੋ, ਤੁਸੀਂ ਰੈਸਟ ਕਿੰਨੀ ਲੈ ਰਹੇ ਹੋ, ਤੁਸੀਂ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਕਿ ਨਹੀਂ ਕਰਦੇ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੇ ਕੋਲੋਂ ਬਣਾ ਕੇ ਲਿਖ ਸਕਦੇ ਹੋ। ਬਟ ਦੋ ਮੋਸਟ ਇੰਪੋਰਟੈਂਟ ਚੀਜ਼ਾਂ ਇਹ ਨਹੀਂ ਭੁੱਲਣੀਆਂ ਅਸੀਂ ਨੇ ਕਿ ਸਰੀਰਕ ਯੋਗਤਾ ਨੂੰ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ। ਤੁਹਾਡਾ ਲਾਈਫ ਸਟਾਈਲ ਹੋ ਸਕਦਾ ਹੈ ਨਾ, ਤੁਹਾਡਾ ਲਾਈਫ ਸਟਾਈਲ ਹੈ ਜਿਹੜਾ ਉਹ ਕਿਵੇਂ ਦਾ ਹੈਗਾ, ਤੁਸੀਂ ਜ਼ਿੰਦਗੀ ਆਪਣੀ ਕਿਵੇਂ ਦੀ ਜਿਉਂਦੇ ਹੋ, ਹੈ ਨਾ। ਤਾਂ ਤੁਹਾਡਾ ਐਟੀਟਿਊਡਸ ਕੀ ਨੇ, ਤੁਹਾਡੇ ਕੀ ਹੈਗੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਨੇ ਤੁਸੀਂ ਆਪਣੇ ਕੋਲ ਬਣਾ ਕੇ ਲਿਖ ਸਕਦੇ ਹੋ। ਬਟ ਮੋਸਟ ਇੰਪੋਰਟੈਂਟ ਦੋ ਪੁਆਇੰਟ ਹੈਗੇ ਨੇ, ਵੰਸ਼ਿਕ ਗੁਣ ਤੇ ਵਾਤਾਵਰਨ, ਹੈ ਨਾ। ਤੇ ਤੁਹਾਡੀ ਹੈਰੀਡਿਟੀ, ਤੁਸੀਂ ਆਪਣੇ ਮਾਤਾ ਪਿਤਾ ਤੋਂ ਕਿਹੜੇ ਗੁਣ ਲੈ ਕੇ ਪੈਦਾ ਹੋਏ ਹੋ ਤਾਂ ਉਹ ਤੁਹਾਨੂੰ ਪ੍ਰਭਾਵਿਤ ਕਰਨਗੇ। ਤੇ ਦੂਸਰਾ ਤੁਸੀਂ ਕਿਵੇਂ ਦੇ ਵਾਤਾਵਰਨ ਦੇ ਵਿੱਚ ਪਲੇ ਹੋ ਉਹ ਤੁਹਾਨੂੰ ਪ੍ਰਭਾਵਿਤ ਕਰੇਗਾ। ਆਪਾਂ ਸੌਖੀ ਜਿਹੀ ਐਗਜ਼ਾਮਪਲ ਲੈ ਲੈਂਦੇ ਹਾਂ ਹੋਰ ਇੱਕ ਕਿ ਅਸੀਂ ਪੰਜਾਬ ਦੇ ਵਿੱਚ ਪੈਦਾ ਹੋਏ ਹਾਂ, ਅਸੀਂ ਪੰਜਾਬੀ ਬੋਲਦੇ ਹਾਂ। ਤੇ ਜਿਹੜੇ ਅਮਰੀਕਾ ਕੈਨੇਡਾ ਪੈਦਾ ਹੁੰਦੇ ਨੇ ਉਹ ਅੰਗਰੇਜ਼ੀ ਬੋਲਦੇ ਨੇ, ਇੰਗਲੈਂਡ ਦੇ ਵਿੱਚ ਪੈਦਾ ਹੁੰਦੇ ਨੇ ਅੰਗਰੇਜ਼ੀ ਬੋਲਦੇ ਨੇ। ਕਿਉਂ? ਜਿਵੇਂ ਦੇ ਵਾਤਾਵਰਨ ਦੇ ਵਿੱਚ ਰਹਿੰਦੇ ਨੇ ਉਵੇਂ ਦੀ ਭਾਸ਼ਾ ਉਹ ਬੋਲਦੇ ਨੇ। ਤਾਂ ਇਹ ਸੀਗਾ ਸਾਡਾ ਪਹਿਲਾ ਚੈਪਟਰ। ਇਸ ਦੇ ਵਿੱਚੋਂ ਕੁਐਸਚਨ ਨੇ ਜਿਹੜੇ ਤੁਹਾਨੂੰ ਕਿਹੜੇ ਪੁੱਛੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਛੋਟਾ ਕੁਐਸਚਨ ਪੁੱਛਿਆ ਜਾ ਸਕਦਾ ਸਰੀਰਕ ਯੋਗਤਾ ਕੀ ਹੁੰਦੀ ਹੈ। ਅਗਲਾ ਪੁੱਛਿਆ ਜਾ ਸਕਦਾ ਹੈ ਸਰੀਰਕ ਯੋਗਤਾ, ਇਹਨਾਂ ਨੂੰ ਕਾਪੀ ਤੇ ਲਿਖ ਲਿਓ ਆਪਣੀ ਐਕਸਰਸਾਈਜ਼ ਦੇ ਲਈ। ਸਰੀਰਕ ਯੋਗਤਾ ਕੀ ਹੁੰਦੀ ਹੈ, ਸਰੀਰਕ ਯੋਗਤਾ ਦੇ ਅੰਗ ਕਿੰਨੇ ਹੁੰਦੇ ਨੇ, ਸਰੀਰਕ ਯੋਗਤਾ ਦੇ ਅੰਗਾਂ ਦੇ ਨਾਮ ਲਿਖੋ। ਗਤੀ ਕੀ ਹੁੰਦੀ ਹੈ, ਗਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਤਾਕਤ ਕੀ ਹੁੰਦੀ ਹੈ, ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਸਹਿਣ ਸ਼ਕਤੀ ਕੀ ਹੁੰਦੀ ਹੈ, ਸਹਿਣ ਸ਼ਕਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਲਚਕ ਕੀ ਹੁੰਦੀ ਹੈ, ਲਚਕ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਤਾਲਮੇਲ ਯੋਗਤਾ ਕੀ ਹੁੰਦੀ ਹੈ, ਤਾਲਮੇਲ ਯੋਗਤਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਸਰੀਰਕ ਯੋਗਤਾ ਦੇ ਲਾਭ ਕੀ ਨੇ, ਫਿਜ਼ੀਕਲ ਫਿਟ ਰਹਿਣ ਦੇ ਸਾਡੇ ਲਈ ਫਾਇਦੇ ਕੀ ਨੇ। ਅਗਲਾ ਕੁਐਸਚਨ ਜਿਹੜਾ ਲਾਸਟ ਅਸੀਂ ਨੇ ਹੁਣੇ ਕੀਤਾ ਕਿ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਨੇ। ਤਾਂ ਇਹ ਸਾਰੇ ਕੁਐਸਚਨ ਨੇ ਜਿਹੜੇ ਇਹਨਾਂ ਦੇ ਵਿੱਚੋਂ ਪੁੱਛੇ ਜਾ ਸਕਦੇ ਨੇ। ਇਹਦੀ ਐਕਸਰਸਾਈਜ਼ ਕਰ ਲਿਓ। ਜੇ ਫਿਰ ਵੀ ਕੋਈ ਤੁਹਾਡਾ ਕੁਐਸਚਨ ਰਹਿ ਗਿਆ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਤਾਂ ਅੱਜ ਦੇ ਲਈ ਇੰਨਾ ਹੀ। ਥੈਂਕ ਯੂ।